ਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਆਦਿ ਸਚ ਜੁਗਾਦਿ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਪਰਮ ਸਤਿਕਾਰਯੋਗ ਤਖਤ ਚਵਰ ਛਤਰ ਦੇ ਮਾਲਕ ਜੁਗੋ ਜੁਗ ਅਟਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ, ਸਤਿਗੁਰਾਂ ਦੀ ਸਾਜੀ ਅਤੇ ਨਿਵਾਜੀ ਹੋਈ ਸਮੂਹ ਗੁਰੂ ਖਾਲਸਾ ਸਾਧ ਸੰਗਤ ਜੀ, ਆਦਬ ਸਤਿਕਾਰ ਸਹਿਤ ਗੁਰਫਤਿਹ ਦੀ ਸਾਂਝ ਪਾਓ। ਦੋਵੇਂ ਹੱਥ ਜੋੜ ਕੇ ਸੁਰਤੀ ਦੇ ਨਾਲ ਸਤਿਗੁਰਾਂ ਨੂੰ ਨਮਸਕਾਰ ਕਰਦਿਆਂ ਹੋਇਆਂ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਹਾਂਪੁਰਸ਼ਾਂ ਦੇ ਪਵਿੱਤਰ ਜੀਵਨ ਦੀ ਵਿਚਾਰ ਆਪਾਂ ਗੁਰੂ ਕਿਰਪਾ ਸਦਕਾ ਸਰਵਣ ਕਰਦੇ ਆ ਰਹੇ ਹਾਂ। ਕੱਲ੍ਹ ਆਪ ਜੀ ਨੇ ਸੰਤ ਮਹਾਰਾਜ ਬਾਬਾ ਜਵਾਲਾ ਸਿੰਘ ਸਾਹਿਬ ਜੀ ਅਤੇ ਦਮਦਮੀ ਟਕਸਾਲ ਦੇ 12ਵੇਂ ਮੁਖੀ ਪੂਜਨੀਕ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਸ਼, ਉਹਨਾਂ ਦੇ ਪਹਿਲੇ ਮਿਲਾਪ ਦਾ ਬਚਨ ਸਰਵਣ ਕੀਤਾ ਸੀ ਔਰ ਬੇਨਤੀ ਕੀਤੀ ਸੀ ਵੀ ਜਿਤਨੀਆਂ ਵੀ ਇਹ ਸੰਪਰਦਾਵਾਂ, ਜਿਤਨੀਆਂ ਵੀ ਜਥੇਬੰਦੀਆਂ ਸਿੱਖ ਧਰਮ ਦੇ ਅਟੁੱਟ ਅੰਗ ਹਨ, ਚਾਹੇ ਕੋਈ ਹੋਤੀ ਮਰਦਾਨ ਸੰਪਰਦਾਇ ਦੇ ਨਾਲ ਸੰਬੰਧ ਰੱਖਦਾ ਹੈ, ਚਾਹੇ ਨਿਹੰਗ ਸਿੰਘ ਜਥੇਬੰਦੀਆਂ ਨਾਲ ਸੰਬੰਧ ਰੱਖਦਾ ਹੈ, ਜਾਂ ਦਮਦਮੀ ਟਕਸਾਲ ਦਾ ਕੋਈ ਵਿਦਿਆਰਥੀ ਹੈ, ਕਾਰ ਸੇਵਾ ਵਾਲੇ ਮਹਾਂਪੁਰਖ, ਸੇਵਾ ਪੰਥੀ ਸਾਧੂ ਮਹਾਂਪੁਰਖ, ਸਭ ਹੀ ਸਤਿਕਾਰਯੋਗ ਹਨ। ਤੋ ਕਦੇ ਵਾਸਤੇ ਵੀ ਸਾਡੇ ਮਨਾਂ ਦੇ ਵਿੱਚ ਐਸਾ ਵਿਤਕਰਾ ਜਾਂ ਐਸਾ ਫਰਕ ਨਹੀਂ ਹੋਣਾ ਚਾਹੀਦਾ। ਸਾਰੀਆਂ ਹੀ ਜਥੇਬੰਦੀਆਂ ਦਾ, ਸਾਰੀਆਂ ਸੰਪਰਦਾਵਾਂ ਦਾ ਸਾਨੂੰ ਹਮੇਸ਼ਾ ਸਤਿਕਾਰ ਕਰਦੇ ਰਹਿਣਾ ਚਾਹੀਦਾ। ਗੁਰੂ ਘਰ ਦੇ ਅਟੁੱਟ ਅੰਗ ਹਨ ਜੀ ਇਹ। ਸੋ ਪੁਰਾਤਨ ਸਾਧੂਆਂ ਦੇ ਜੀਵਨ ਪੜ੍ਹ ਕੇ ਪਤਾ ਲੱਗਦਾ ਵੀ ਉਹਨਾਂ ਦੇ ਹਿਰਦਿਆਂ ਵਿੱਚ ਕਿੰਨਾ ਸਤਿਕਾਰ ਸੀ ਇੱਕ ਦੂਸਰੇ ਪ੍ਰਤੀ। ਹੋਤੀ ਮਰਦਾਨ ਸੰਪਰਦਾਇ ਦੇ ਚਮਕਦੇ ਸਿਤਾਰੇ ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਔਰ ਗੁਰੂ ਕਲਗੀਧਰ ਮਹਾਰਾਜ ਜੀਆਂ ਦੀ ਵਰਸਾਈ ਹੋਈ ਦਮਦਮੀ ਟਕਸਾਲ ਦੇ 12ਵੇਂ ਮੁਖੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ, ਇਤਨਾ ਪ੍ਰੇਮ ਸੀ ਆਪਸ ਵਿੱਚ ਵੀ ਸਾਲ ਦੇ ਵਿੱਚ ਇੱਕ ਵਾਰੀ ਤੇ ਸਾਰਾ ਜਥਾ ਲੈ ਕੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਸ਼ ਹਰਖਵਾਲ ਆਇਆ ਕਰਦੇ। ਮਹੀਨਾ ਮਹੀਨਾ ਸਾਰਾ ਜਥਾ ਅੰਬਾਂ ਦੇ ਮੌਸਮ ਦੇ ਵਿੱਚ ਇੱਥੇ ਰਿਹਾ ਕਰਦਾ। ਇੱਕ ਮਹੀਨਾ ਰਹਿ ਕੇ ਇੱਥੇ ਕਥਾ ਹੁੰਦੀ। ਇਲਾਕੇ ਦੀਆਂ ਸੰਗਤਾਂ ਬਹੁਤ ਸਤਿਕਾਰ ਕਰਦੀਆਂ। ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਆਪ ਬਾਬਾ ਜੀ ਦੀ, ਗਿਆਨੀ ਜੀ ਦੀ ਕਥਾ ਬੈਠ ਕੇ ਸੁਣਿਆ ਕਰਦੇ ਔਰ ਬੜਾ ਆਦਰ ਦਿਆ ਕਰਦੇ। ਬਹੁਤ ਪਿਆਰ ਸੀ ਆਪਸ ਵਿੱਚ। ਇੱਕ ਵਾਰ ਦਾ ਐਸਾ ਬਚਨ ਹੋਇਆ ਕਿ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਸ਼, ਜਿਨ੍ਹਾਂ ਵਰਗੀ ਕਥਾ
ਠੀਕ ਹੈ ਜੀ, ਸਾਰੇ ਵਿਦਵਾਨਾਂ ਦਾ ਸਤਿਕਾਰ ਹੈ, ਪਰ ਜਿਹੋ ਜੀ ਕਥਾ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼ ਕਰਦੇ ਸਨ, ਉਹਨਾਂ ਦੀ ਮਿਸਾਲ ਮਿਲਣੀ ਹੋਰ ਕਿਤੇ ਬਹੁਤ ਔਖੀ ਹੈ। ਇੱਕ ਇੱਕ ਸ਼ਬਦ ਦੇ, ਇੱਕ ਇੱਕ ਪੰਕਤੀ ਦੇ ਕਿੰਨੇ ਕਿੰਨੇ ਅਰਥ ਸਰੋਤੇ ਦੀ, ਜਗਿਆਸੂ ਦੀ ਬਿਲਕੁਲ ਤਸੱਲੀ ਕਰਾ ਦਿਆ ਕਰਦੇ ਸੀ। ਐਸੀ ਅੰਮ੍ਰਿਤਮਈ ਕਥਾ ਕਰਿਆ ਕਰਦੇ। ਤੋ ਇੱਕ ਵਾਰ ਹਰਖਵਾਲ ਮਹਾਂਪੁਰਖ ਕਥਾ ਕਰਦੇ ਸੀ। ਗੁਰਬਾਣੀ ਦੀ ਪੰਕਤੀ ਹੈ ਜੀ, ਗੁਰਮੁਖ ਰੋਮ ਰੋਮ ਹਰਿ ਧਿਆਵੈ। ਬੜੇ ਵਿਸਥਾਰ ਦੇ ਨਾਲ ਬਾਣੀ ਦੇ ਦ੍ਰਿਸ਼ਟਾਂਤ, ਪ੍ਰਮਾਣ, ਉਦਾਹਰਣਾਂ ਦੁਆਰਾ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਨੇ ਕਥਾ ਕੀਤੀ। ਔਰ ਕੋਈ ਸਮਾਂ ਹੋਇਆ ਕਰਦਾ, ਇਤਨਾ ਰੰਗ ਬਣਿਆ, ਇਤਨਾ ਮਹਾਰਾਜ ਜੀਆਂ ਨੇ ਰਹਿਮਤਾਂ ਦਾ ਮੇਘ ਬਰਸਾਇਆ ਕਿ ਜਿਹੜਾ ਵੀ ਸਰੋਤਾ ਉਸ ਵੇਲੇ ਬੈਠਾ ਸੁਣ ਰਿਹਾ, ਉਹ ਅਸ਼ ਅਸ਼ ਕਰ ਉੱਠਿਆ ਵੀ ਇਹੋ ਜੀ ਕਥਾ ਅੱਗੇ ਕਦੇ ਅਸੀਂ ਨਹੀਂ ਸੁਣੀ। ਡੇਰੇ ਦੇ ਜਿੰਨੇ ਸੰਤ ਜਨ ਸਨ, ਸਾਧੂ ਜਨ ਸਨ, ਉਹਨਾਂ ਸਾਰਿਆਂ ਨੇ ਕਥਾ ਸੁਣ ਕੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਮਹਾਂਪੁਰਖਾਂ ਦੀ ਬਹੁਤ ਵਡਿਆਈ ਕੀਤੀ ਵੀ ਮਹਾਂਪੁਰਸ਼ੋ, ਐਸੀ ਕਥਾ ਘੱਟ ਹੀ ਸੁਣਨ ਵਿੱਚ ਆਉਂਦੀ ਹੈ। ਇਤਨੇ ਡੂੰਘਾਈ ਵਾਲੇ ਅਰਥ, ਇਤਨੀ ਵਿਚਾਰ ਵਾਲੀ ਕਥਾ ਸੰਤ ਬਾਬਾ ਜਵਾਲਾ ਸਿੰਘ ਜੀਆਂ ਦੇ ਪਾਸ ਵੀ ਸਾਰਿਆਂ ਨੇ ਬਹੁਤ ਸਿਫਤ ਕੀਤੀ। ਤੋ ਜਿਸ ਵੇਲੇ ਮਹਾਂਪੁਰਖ ਹੁਣ ਸੰਤ ਬਾਬਾ ਜਵਾਲਾ ਸਿੰਘ ਜੀ ਦੀ ਕੁਟੀਆ ਇਕੱਠੇ ਬੈਠੇ ਆ, ਤੇ ਉਸ ਵੇਲੇ ਵਿਚਾਰ ਚੱਲ ਰਹੀ ਆ। ਮਹਾਂਪੁਰਖਾਂ ਨੇ ਵੀ ਬਹੁਤ ਸਿਫਤ ਕੀਤੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਦੀ। ਤੇ ਹੁਣ ਉਸ ਵਿਚਾਰ ਨੂੰ ਅੱਗੇ ਵਧਾਉਂਦਿਆਂ ਹੋਇਆਂ ਬਾਬਾ ਜਵਾਲਾ ਸਿੰਘ ਜੀ ਕਹਿਣ ਲੱਗੇ, ਕਹਿੰਦੇ ਗਿਆਨੀ ਜੀ, ਆਪ ਜੀ ਨੇ ਜੋ ਗੁਰਮੁਖ ਰੋਮ ਰੋਮ ਹਰਿ ਧਿਆਵੈ ਦੀ ਕਥਾ ਕੀਤੀ ਹੈ, ਐਸੀ ਅਵਸਥਾ ਗੁਰੂ ਮਹਾਰਾਜ ਨੇ ਜੋ ਬਾਣੀ ਵਿੱਚ ਕਥਨ ਕੀਤੀ ਹੈ ਸੋ ਸੱਤ ਹੈ। ਕੋਈ ਐਸਾ ਗੁਰਸਿੱਖ, ਕੋਈ ਐਸਾ ਮਹਾਂਪੁਰਖ, ਕੋਈ ਐਸਾ ਸਾਧੂ ਜਨ ਆਪ ਜੀ ਦੀ ਦ੍ਰਿਸ਼ਟੀ ਗੋਚਰੇ ਆਇਆ ਹੋਵੇ, ਜਿਹਦੇ ਰੋਮ ਰੋਮ ਦੇ ਵਿੱਚੋਂ ਨਾਮ ਚੱਲਦਾ ਹੋਵੇ, ਰੋਮ ਰੋਮ ਦੇ ਵਿੱਚੋਂ ਬਾਣੀ ਦਾ ਪ੍ਰਵਾਹ ਚੱਲਦਾ ਹੋਵੇ, ਆਪ ਜੀ ਨੇ ਦਰਸ਼ਨ ਕੀਤੇ ਹੋਣ, ਤਾਂ ਸਾਨੂੰ ਦੱਸਣਾ ਕਰੋ। ਤਾਂ ਉਸ ਵੇਲੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼ ਕਹਿਣ ਲੱਗੇ, ਕਹਿੰਦੇ ਮਹਾਂਪੁਰਸ਼ੋ, ਇਹ ਠੀਕ ਹੈ, ਗੁਰਬਾਣੀ ਦੀ ਕਥਾ ਦਾ ਖਜ਼ਾਨਾ ਜੋ ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਨੇ ਬਖਸ਼ਿਆ ਦਿੱਤਾ ਹੈ, ਉਸ ਦੁਆਰਾ ਸੰਗਤਾਂ ਦੀ ਸੇਵਾ ਜਿਤਨੀ ਮਹਾਰਾਜ ਲੈ ਰਹੇ ਨੇ ਕਰ ਰਹੇ ਹਾਂ। ਤੇ ਬਾਕੀ ਰਹੀ ਗੱਲ ਗੁਰਮੁਖ ਰੋਮ ਰੋਮ ਹਰਿ ਧਿਆਵੈ ਦੀ ਅਵਸਥਾ ਵਾਲੇ ਮਹਾਂਪੁਰਖ, ਕੋਈ ਗੁਰਮੁਖ ਜਨ, ਤਾਂ ਬਾਬਾ ਜੀ ਬੇਨਤੀ ਇਸ ਤਰ੍ਹਾਂ ਹੈ ਵੀ ਜਦੋਂ ਸੰਤ ਸੁੰਦਰ ਸਿੰਘ ਜੀ ਸੱਚਖੰਡ ਜਾਣ ਤੋਂ ਕੁਝ ਸਮਾਂ ਪਹਿਲਾਂ ਆਪਦਾ ਸਰੀਰ ਉਹਨਾਂ ਨੇ ਕੁਝ ਢਿੱਲਾ ਕਰ ਲਿਆ ਤੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਲਿਜਾਇਆ ਗਿਆ। ਤਾਂ ਉਸ ਵੇਲੇ ਜਿਹੜਾ ਡਾਕਟਰ ਸੀ, ਉਹਨੇ ਕੰਨਾਂ ਨੂੰ ਟੂਟੀਆਂ ਲਾ ਕੇ ਤੇ ਮਹਾਂਪੁਰਸ਼ਾਂ ਦਾ ਸਰੀਰ ਚੈੱਕ ਕਰਨਾ ਸ਼ੁਰੂ ਕੀਤਾ। ਮਹਾਂਪੁਰਸ਼ਾਂ ਦੇ ਸਰੀਰ ਤੇ ਜਿੱਥੇ ਵੀ ਉਹ ਟੂਟੀ ਲਾਉਂਦਾ ਸੀ, ਸਟੈਥੋਸਕੋਪ ਲਾਉਂਦਾ ਸੀ, ਉੱਥੋਂ ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਸੀ ਸੁਣਦਾ। ਡਾਕਟਰ ਬੜਾ ਹੈਰਾਨ ਸੀ। ਡਾਕਟਰ ਮਹਾਂਪੁਰਖਾਂ ਨੂੰ ਕਹਿੰਦਾ ਸੀ, ਮਹਾਰਾਜ ਜੀਓ, ਮੈਂ ਆਪ ਜੀ ਦੇ ਸਰੀਰ ਦੀ ਚੈੱਕਅਪ ਕਰ ਰਿਹਾ ਹਾਂ, ਪਰ ਮੈਨੂੰ ਆਪ ਜੀ ਦੇ ਸਰੀਰ ਦੇ ਵਿੱਚੋਂ ਜਿੱਥੇ ਵੀ ਮੈਂ ਦੇਖਦਾ ਹਾਂ, ਚੈੱਕ ਕਰਦਾ ਹਾਂ, ਉੱਥੇ ਵਾਹਿਗੁਰੂ ਵਾਹਿਗੁਰੂ ਹੀ ਸੁਣਦਾ ਹੈ। ਵਾਹਿਗੁਰੂ ਵਾਹਿਗੁਰੂ ਤੋਂ ਬਿਨਾਂ ਕੁਝ ਨਹੀਂ ਸੁਣ ਰਿਹਾ। ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼ ਤੇ ਸੰਤ ਗੁਰਬਚਨ ਸਿੰਘ ਜੀ ਕਹਿਣ ਲੱਗੇ, ਕਹਿੰਦੇ ਜੀ, ਸਾਨੂੰ ਡਾਕਟਰ ਨੇ ਆਪ ਦੱਸਿਆ ਸੀ ਇਹ ਜੋ ਵਰਤਾਰਾ ਵਰਤਿਆ ਸੀ। ਤੇ ਸੰਤ ਬਾਬਾ ਜਵਾਲਾ ਸਿੰਘ ਜੀ ਕਹਿਣ ਲੱਗੇ, ਬਿਲਕੁਲ ਠੀਕ ਹੈ, ਸੰਤ ਸੁੰਦਰ ਸਿੰਘ ਜੀ ਐਸੀ ਅਵਸਥਾ ਦੇ ਮਾਲਕ ਸਨ, ਉਹਨਾਂ ਦੇ ਰੋਮ ਰੋਮ ਦੇ ਵਿੱਚੋਂ ਨਾਮ ਚੱਲਦਾ ਸੀ। ਪਰ ਗਿਆਨੀ ਜੀ, ਉਹ ਡਾਕਟਰ ਜੀ ਨੇ ਹੀ ਇਕੱਲਾ ਦੇਖਿਆ ਸੀ ਜਾਂ ਤੁਸੀਂ ਆਪ ਵੀ ਸੁਣਿਆ ਸੀ?
ਤਾਂ ਸੰਤ ਗੁਰਬਚਨ ਸਿੰਘ ਜੀ ਕਹਿਣ ਲੱਗੇ, ਕਹਿੰਦੇ ਨਹੀਂ ਮਹਾਰਾਜ ਜੀ, ਉਹ ਡਾਕਟਰ ਜੀ ਨੇ ਸੁਣਿਆ ਸੀ ਤੇ ਡਾਕਟਰ ਜੀ ਨੇ ਸਾਨੂੰ ਦੱਸਿਆ ਸੀ, ਅਸੀਂ ਆਪ ਨਹੀਂ ਸੁਣਿਆ। ਮਹਾਂਪੁਰਸ਼ ਕਹਿਣ ਲੱਗੇ, ਠੀਕ ਹੈ, ਪਰ ਇਹ ਉਹਨਾਂ ਦੀ ਅਵਸਥਾ ਵਾਕਈ ਹੀ ਐਸੀ ਸੀ, ਉਹਨਾਂ ਦੇ ਰੋਮ ਰੋਮ ਦੇ ਵਿੱਚੋਂ ਨਾਮ ਚੱਲਦਾ ਸੀ। ਤੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਕਹਿਣ ਲੱਗੇ, ਮਹਾਂਪੁਰਸ਼ੋ, ਆਪ ਜੀ ਨੇ ਕਿਸੇ ਐਸੇ ਗੁਰਮੁਖ ਸਾਧੂ ਸੰਤ ਮਹਾਂਪੁਰਸ਼ ਦੇ ਦਰਸ਼ਨ ਕੀਤੇ ਹੋਣ ਤਾਂ ਕਿਰਪਾ ਕਰਕੇ ਸਾਰੇ ਜਗਿਆਸੂ ਜਨ ਸਰੋਤੇ ਬਣ ਕੇ ਬੈਠੇ ਹਨ, ਕਿਰਪਾ ਕਰਕੇ ਦੱਸਣਾ ਕਰੋ। ਤਾਂ ਸੰਤ ਬਾਬਾ ਜਵਾਲਾ ਸਿੰਘ ਜੀ ਕਹਿਣ ਲੱਗੇ, ਕਹਿੰਦੇ ਮਹਾਂਪੁਰਸ਼ੋ, ਕਹਿੰਦੇ ਇੱਕ ਦਿਨ ਐਸਾ ਸਮਾਂ ਬਣਿਆ, ਸਾਡੇ ਹਿਰਦੇ ਅੰਦਰ ਕਿਸੇ ਗੁਰਮੁਖ ਰੂਹ ਦੇ ਦਰਸ਼ਨ ਕਰਨ ਦੀ ਬਹੁਤ ਇੱਛਾ ਪੈਦਾ ਹੋਈ। ਅੰਮ੍ਰਿਤ ਵੇਲੇ 3 ਵਜੇ ਅਸੀਂ ਇੱਥੋਂ ਚੱਲ ਪਏ। ਜਿਸ ਤਰ੍ਹਾਂ ਚਿੱਤ ਵਿੱਚ ਫੁਰਨਾ ਆਇਆ, ਜਪਜੀ ਸਾਹਿਬ ਦੇ ਪਾਠ ਕਰਦੇ ਕਰਦੇ ਅਸੀਂ ਚਲੇ ਗਏ। ਹੁਣ ਅੱਗੇ ਜਿੱਥੇ ਅਸੀਂ ਜਾਣਾ ਸੀ ਜਿਨ੍ਹਾਂ ਦੇ ਦਰਸ਼ਨ ਕਰਨ ਵਾਸਤੇ, ਉਹ ਇੱਕ ਬਾਗ ਦੇ ਵਿੱਚ ਕੁਟੀਆ ਬਣਾ ਕੇ ਰਹਿੰਦੇ ਸੀ। ਜਦੋਂ ਅਸੀਂ ਉਸ ਬਾਗ ਦੇ ਵਿੱਚ ਗਏ, ਉਸ ਬਾਗ ਦੇ ਜਿੰਨੇ ਦਰਖਤ ਸਨ, ਉਹਨਾਂ ਦੇ ਪੱਤਿਆਂ ਵਿੱਚੋਂ ਵੀ ਵਾਹਿਗੁਰੂ 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 ਦੀਆਂ ਆਵਾਜ਼ਾਂ ਹੀ ਸੁਣ ਰਹੀਆਂ ਸਨ। ਅਸੀਂ ਹੋਰ ਅੱਗੇ ਗਏ, ਮਹਾਂਪੁਰਖਾਂ ਦੀ ਕੁਟੀਆ ਦੇ ਬਾਹਰਲੇ ਪਾਸੇ ਇੱਕ ਛੋਟਾ ਜਿਹਾ ਥੜਾ ਸੀ, ਅਸੀਂ ਉਸ ਥੜੇ ਤੇ ਜਾ ਕੇ ਬੈਠ ਗਏ। ਉਹ ਮਹਾਤਮਾ ਆਪਣੀ ਕੁਟੀਆ ਵਿੱਚ ਹੀ ਬੈਠੇ ਸੀ, ਅੰਦਰ ਜਾਣ ਦੀ ਇਜਾਜ਼ਤ ਨਹੀਂ ਸੀ, ਤੇ ਜਦ ਤੱਕ ਉਹਨਾਂ ਨੇ ਬਾਹਰ ਨਹੀਂ ਸੀ ਆਉਣਾ, ਉਹਨਾਂ ਦੀ ਇੰਤਜ਼ਾਰ ਕਰਨੀ ਹੀ ਪੈਣੀ ਸੀ। ਅਸੀਂ ਬਾਹਰ ਥੜੇ ਤੇ ਬੈਠ ਗਏ, ਪਰ ਅਸੀਂ ਦੇਖਣਾ ਕੀਤਾ, ਧਿਆਨ ਦਿੱਤਾ, ਸੁਰਤੀ ਨਾਲ ਸੁਣਿਆ ਵੀ ਉਹ ਮਹਾਂਪੁਰਖਾਂ ਦੀ ਕੁਟੀਆ ਜੋ ਬਣੀ ਹੋਈ ਹੈ, ਉਹਦੀਆਂ ਇੱਟਾਂ ਵਿੱਚੋਂ ਵੀ ਵਾਹਿਗੁਰੂ 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 ਦੀ ਧੁਨੀ ਸੁਣ ਰਹੀ ਹੈ। ਕੈਸੀ ਉੱਚੀ, ਕੈਸੀ ਮਹਾਨ ਅਵਸਥਾ ਦੇ ਮਾਲਕ ਸਨ ਜਿਹੜੇ ਕੁਟੀਆ ਦੇ ਵਿੱਚ ਬੈਠੇ ਸੀ, ਜਿਨ੍ਹਾਂ ਦੀ ਸੰਗਤ ਸਦਕਾ, ਜਿਨ੍ਹਾਂ ਦੀ ਵਾਈਬ੍ਰੇਸ਼ਨ ਸਦਕਾ, ਜਿਨ੍ਹਾਂ ਦੀਆਂ ਤਰੰਗਾਂ ਦਾ ਸਦਕਾ ਉਹ ਪੂਰਾ ਬਾਗ, ਉਹਦੇ ਜਿਤਨੇ ਵੀ ਦਰਖਤ ਸਨ, ਦਰਖਤਾਂ ਦੇ ਪੱਤਿਆਂ ਵਿੱਚੋਂ ਵੀ ਨਾਮ ਚੱਲ ਰਿਹਾ ਹੈ, ਮਹਾਂਪੁਰਖਾਂ ਦੀ ਕੁਟੀਆ ਦੀਆਂ ਇੱਟਾਂ ਵਿੱਚੋਂ ਵੀ ਨਾਮ ਚੱਲ ਰਿਹਾ ਹੈ, ਨਾਮ ਦੀਆਂ ਆਵਾਜ਼ਾਂ ਸੁਣ ਰਹੀਆਂ। ਸੋ ਇਹ ਬਹੁਤ ਸ਼ਰਧਾ ਤੇ ਭਾਵਨਾ ਵਾਲੇ, ਵਿਸ਼ਵਾਸ ਕਰਨ ਵਾਲੇ ਬਚਨ ਹਨ। ਤੋ ਸਾਧ ਸੰਗਤ, ਮਹਾਂਪੁਰਖ ਕਹਿਣ ਲੱਗੇ, ਕਹਿੰਦੇ ਜਿਸ ਵੇਲੇ ਉਹ ਸੰਤ ਜੀ ਆਪਣੇ ਸਮਾਧੀ ਤੋਂ ਉਥਾਨ ਹੋ ਕੇ ਬਾਹਰ ਆਏ, ਸਾਨੂੰ ਬੜੇ ਪਿਆਰ ਨਾਲ ਮਿਲੇ, ਗਲਵਕੜੀ ਪਾ ਕੇ। ਜਦੋਂ ਕਹਿੰਦੇ ਗਲਵਕੜੀ ਪਾ ਕੇ ਅਸੀਂ ਉਹਨਾਂ ਨੂੰ ਮਿਲੇ, ਬਾਬਾ ਜਵਾਲਾ ਸਿੰਘ ਜੀ ਕਹਿੰਦੇ ਜਿਸ ਵੇਲੇ ਸਾਡਾ ਕੰਨ ਉਹਨਾਂ ਦੇ ਸਰੀਰ ਨਾਲ ਲੱਗਿਆ ਤੇ ਉਹਨਾਂ ਦੇ ਸਰੀਰ ਦੇ ਵਿੱਚੋਂ ਵੀ ਨਾਮ ਚੱਲ ਰਿਹਾ ਹੈ, ਵਾਹਿਗੁਰੂ ਵਾਹਿਗੁਰੂ ਦੀਆਂ ਆਵਾਜ਼ਾਂ ਸੁਣ ਰਹੀਆਂ ਹਨ। ਤੋ ਇਹ ਸਾਰੀ ਵਾਰਤਾ ਜਿਸ ਵੇਲੇ ਸੰਤ ਜੀ ਮਹਾਰਾਜ ਬਾਬਾ ਜਵਾਲਾ ਸਿੰਘ ਜੀ ਸੁਣਾ ਰਹੇ ਹਨ, ਤਾਂ ਜਿਤਨੇ ਵੀ ਜਗਿਆਸੂ ਬੈਠੇ ਹਨ, ਜਿਤਨੀਆਂ ਵੀ ਸੰਗਤਾਂ ਬੈਠੀਆਂ ਹਨ, ਸਾਰਿਆਂ ਦੇ ਹਿਰਦਿਆਂ ਵਿੱਚ ਬੈਰਾਗ ਭਰਿਆ ਹੋਇਆ ਹੈ। ਤੇ ਬੇਨਤੀ ਕਰਕੇ ਪੁੱਛਿਆ, ਮਹਾਰਾਜ ਜੀ ਐਸੇ ਕਿਹੜੇ ਮਹਾਂਪੁਰਖ ਸਨ ਜਿਨ੍ਹਾਂ ਦੀ ਵਾਰਤਾ ਆਪ ਜੀ ਨੇ ਇਹ ਕਿਰਪਾ ਕਰਕੇ ਸਾਨੂੰ ਸੁਣਾਈ ਹੈ? ਤੋ ਮਹਾਂਪੁਰਖ ਸੰਤ ਬਾਬਾ ਜਵਾਲਾ ਸਿੰਘ ਜੀ ਕਹਿਣ ਲੱਗੇ, ਉਹ ਮਹਾਨ ਤਪਸਵੀ ਸੰਤ ਬਾਬਾ ਹੀਰਾ ਸਿੰਘ ਜੀ ਬਿਹਾਲੇ ਵਾਲੇ ਸਨ, ਜਿਨ੍ਹਾਂ ਨੇ ਬਹੁਤ ਲੰਮਾ ਸਮਾਂ ਬਿਹਾਲੇ ਬਾਗ ਦੇ ਵਿੱਚ ਮਹਾਂਪੁਰਖਾਂ ਨੇ ਕੁਟੀਆ ਬਣਾ ਕੇ ਭਜਨ ਕਰਿਆ ਹੈ। ਔਰ ਇਤਨਾ ਲੰਮਾ ਸਮਾਂ ਮਹਾਂਪੁਰਖਾਂ ਨੇ ਤਪੱਸਿਆ ਕਰੀ ਹੈ ਵੀ ਉਹਨਾਂ ਦੇ ਬੈਠਿਆਂ ਬੈਠਿਆਂ ਕੁੱਬ ਪੈ ਗਿਆ ਸੀ, ਬੈਠਿਆਂ ਬੈਠਿਆਂ ਸਰੀਰ ਕੁੱਬਾ ਹੋ ਗਿਆ ਸੀ। ਇਤਨੀ ਉਹਨਾਂ ਦੀ ਜ਼ਿਆਦਾ ਬੈਠਕ ਸੀ ਤੇ ਇਤਨੀ ਜ਼ਿਆਦਾ ਭਗਤੀ ਸੀ ਉਹਨਾਂ ਦੀ। ਤੋ ਐਸੇ ਸੰਤ ਬਾਬਾ ਹੀਰਾ ਸਿੰਘ ਜੀ ਬਿਹਾਲੇ ਵਾਲੇ, ਐਸੇ ਮਹਾਨ ਤਪਸਵੀ। ਹੁਣ ਇੱਥੇ ਸ਼ੰਕਾਵਾਦੀ ਲੋਕ ਜਿਹੜੇ ਨੇ ਉਹ ਸ਼ੰਕਾ ਕਰਦੇ ਵੀ ਦਰਖਤਾਂ ਦੇ ਪੱਤਿਆਂ ਵਿੱਚੋਂ ਵੀ ਨਾਮ ਕਿਵੇਂ ਚੱਲ ਸਕਦਾ ਹੈ, ਇੱਟਾਂ ਵਿੱਚੋਂ ਵੀ ਨਾਮ ਕਿਵੇਂ ਸੁਣ ਸਕਦਾ ਹੈ। ਤੋ ਸ਼ੰਕਾ ਸਿਰਫ ਉਹਨਾਂ ਹਿਰਦਿਆਂ ਵਿੱਚ ਬਣਦਾ ਹੈ ਜਿਹੜੇ ਬਾਣੀ ਨਹੀਂ ਪੜ੍ਹਦੇ, ਜਾਂ ਜਿਹੜੇ ਇਸ ਮਾਰਗ ਦੇ ਉੱਤੇ ਬਿਲਕੁਲ ਨਹੀਂ ਤੁਰਦੇ, ਜਿਨ੍ਹਾਂ ਨੂੰ ਕੁਝ ਵੀ ਨਹੀਂ ਪਤਾ ਇਸ ਮਾਰਗ ਦੇ ਬਾਰੇ।
ਗੁਰਬਾਣੀ ਕਹਿੰਦੀ ਹੈ, ਜੋ ਬੋਲਤ ਹੈ ਮਿਰਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਇੱਥੇ ਇਕੱਲੇ ਦਰਖਤਾਂ ਦੀ ਗੱਲ ਨਹੀਂ ਕਰੀ ਹੈ, ਇੱਥੇ ਤਾਂ ਮਹਾਰਾਜ ਕਹਿੰਦੇ ਨੇ ਇੱਕ ਐਸੀ ਅਵਸਥਾ ਗੁਰਮੁਖਾਂ ਦੀ ਬਣ ਜਾਂਦੀ ਹੈ ਜਿੱਥੇ ਜੰਗਲਾਂ ਦੇ ਪੰਖੇਰੂ ਭਾਵ ਪੰਛੀ ਜਾਂ ਮਿਰਗ ਜਾਨਵਰ ਆਦਿਕ ਵੀ ਉਹ ਵੀ ਨਾਮ ਜਪਦੇ ਹੀ ਪ੍ਰਤੀਤ ਹੁੰਦੇ ਹਨ। ਉਹਨਾਂ ਦੇ ਮੁਖਾਰਬਿੰਦ ਤੋਂ ਵੀ ਜੋ ਬੋਲਿਆ ਜਾ ਰਿਹਾ ਹੈ ਉਹ ਨਾਮ ਹੀ ਪ੍ਰਤੀਤ ਹੋ ਰਿਹਾ ਹੈ। ਐਸੀ ਉੱਚੀ ਅਵਸਥਾ ਬਣ ਜਾਂਦੀ ਹੈ। ਸੋ ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ, ਉਹਨਾਂ ਦੇ ਪ੍ਰਥਾਏ ਐਸੇ ਬਚਨ ਵੀ ਆਉਂਦੇ ਨੇ ਵੀ ਜਦੋਂ ਮਹਾਂਪੁਰਖ ਕਥਾ ਕਰਿਆ ਕਰਦੇ ਸੀ, ਕਈ ਵਾਰ ਐਸਾ ਭਾਣਾ ਐਸੀ ਖੇਡ ਵਾਪਰੀ ਵੀ ਜੋ ਚੰਦੋਆ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਤੇ ਲੱਗਿਆ ਹੁੰਦਾ, ਕਈ ਵਾਰੀ ਉਹਦੇ ਵਿੱਚ ਵੀ ਅੰਮ੍ਰਿਤ ਭਰ ਜਾਂਦਾ ਸੀ। ਕੰਧਾਂ ਦੇ ਵਿੱਚੋਂ ਵੀ ਅੰਮ੍ਰਿਤ ਚੋਣ ਲੱਗ ਪੈਂਦਾ ਸੀ। ਐਸੇ ਮਹਾਂਪੁਰਖਾਂ ਦੇ ਬਚਨ ਹੁੰਦੇ ਸਨ। ਸੋ ਇਹ ਅਵਸਥਾ ਦਾ ਫਰਕ ਹੈ। ਜਿਨ੍ਹਾਂ ਦੀ ਉੱਥੇ ਅਵਸਥਾ ਗਈ ਹੁੰਦੀ ਹੈ ਉਹੀ ਇਹਨਾਂ ਚੀਜ਼ਾਂ ਨੂੰ ਸਮਝ ਸਕਦੇ ਹਨ। ਨਾਮ ਦੇ ਵਿੱਚ ਬੜੀ ਮਹਾਨ ਸ਼ਕਤੀ ਹੈ, ਬੜੀ ਮਹਾਨ ਪਾਵਰ ਹੈ। ਜਿਹੜਾ ਨਾਮ ਦਾ ਅਭਿਆਸ ਕਰਦਾ ਹੈ, ਹੁਣ ਭੋਜਨ ਦੇ ਸਵਾਦ ਦਾ ਤਾਂ ਭਾਈ ਉਹਨੂੰ ਇਹ ਪਤਾ ਲੱਗੂਗਾ ਜਿਹੜਾ ਭੋਜਨ ਛਕੂਗਾ। ਜਿਹਨੇ ਛਕਿਆ ਹੀ ਨਹੀਂ ਉਹਨੂੰ ਕੀ ਪਤਾ ਜੀ। ਨਾਮ ਦੇ ਆਨੰਦ ਦਾ, ਨਾਮ ਦੀਆਂ ਬਰਕਤਾਂ ਦਾ, ਨਾਮ ਦੀਆਂ ਸ਼ਕਤੀਆਂ ਦਾ ਉਹਨੂੰ ਇਹ ਪਤਾ ਲੱਗੂਗਾ ਜਿਹੜਾ ਨਾਮ ਜਪੂਗਾ। ਜਿਹਨੇ ਜਪਣਾ ਹੀ ਨਹੀਂ ਉਹਨੂੰ ਕੀ ਪਤਾ ਜੀ। ਉਹਦੇ ਭਾਅ ਦਾ ਤਾਂ ਇਹ ਸਾਰਾ ਕੁਝ ਝੂਠ ਹੀ ਹੈ ਜੋ ਅੱਜ ਚੱਲ ਰਿਹਾ ਹੈ। ਸਿਰਫ ਇਸ ਕਰਕੇ ਵੀ ਉਹ ਗੱਲਾਂ ਸਾਡੇ ਆਪ ਦੇ ਤਜਰਬੇ ਵਿੱਚ ਨਹੀਂ ਤੇ ਸਾਨੂੰ ਇਹ ਲੱਗ ਰਿਹਾ ਵੀ ਨਹੀਂ ਇੱਦਾਂ ਹੋ ਨਹੀਂ ਸਕਦਾ। ਗੁਰੂ ਸਾਹਿਬਾਂ ਦੀਆਂ ਕਠਿਨ ਤਪੱਸਿਆਵਾਂ ਦੇ ਉੱਤੇ ਵੀ ਸ਼ੰਕੇ ਆਪਾਂ ਕਰ ਜਾਂਦੇ, ਇਸੇ ਹੀ ਕਰਕੇ ਕਰਦੇ। ਸਾਡਾ ਵਿਸ਼ਵਾਸ ਇਸੇ ਹੀ ਕਰਕੇ ਕੱਚਾ ਹੈ ਕਿਉਂਕਿ ਅਸੀਂ ਖੁਦ ਮਾੜਾ ਮੋਟਾ ਵੀ ਇਸ ਪਾਸੇ ਨੂੰ ਪੈਰ ਨਹੀਂ ਰੱਖਦੇ। ਸਾਨੂੰ ਇਹਦੇ ਬਾਰੇ ਬਿਲਕੁਲ ਵੀ ਗਿਆਨ ਨਹੀਂ ਹੈ। ਤੋ ਪਰ ਸਤਿਪੁਰਸ਼ਾਂ ਨੇ ਤਾਂ ਆਪਣੇ ਜੀਵਨ ਕਮਾਏ ਹੁੰਦੇ ਨੇ, ਸਾਧੂਆਂ ਨੇ ਤਾਂ ਆਪਣੇ ਜੀਵਨ ਇਹਦੇ ਵਿੱਚ ਢਾਲੇ ਹੁੰਦੇ ਨੇ। ਸੋ ਇਸ ਤਰ੍ਹਾਂ ਨਾਲ ਸੰਤ ਜੀ ਮਹਾਰਾਜ ਸੰਤ ਬਾਬਾ ਜਵਾਲਾ ਸਿੰਘ ਜੀ ਬਚਨ ਸੁਣਾ ਰਹੇ। ਕਹਿੰਦੇ ਇੱਕ ਵਾਰੀ ਅਸੀਂ ਜੰਗਲ ਦੇ ਵਿੱਚ ਸਮਾਧੀ ਸਥਿਤ ਬੈਠੇ ਸਾਂ। ਉਸ ਸਮੇਂ ਇੱਕ ਬੜਾ ਭਿਆਨਕ ਜੰਗਲੀ ਸੂਰ ਸਾਡੇ ਆਲੇ ਦੁਆਲੇ ਬੜੀ ਭਿਆਨਕ ਦਸ਼ਾ ਦੇ ਵਿੱਚ ਘੁੰਮਣ ਲੱਗਾ ਔਰ ਆਪਣੀ ਡਰਾਉਣੀ ਆਵਾਜ਼ ਦੁਆਰਾ ਸਾਨੂੰ ਡਰਾਉਣ ਲੱਗਾ। ਕਦੇ ਬੜੀ ਡਰਾਉਣੀ ਨਿਗਾਹ ਨਾਲ ਸਾਡੇ ਵੱਲ ਤੱਕਦਾ ਸੀ। ਕਹਿੰਦੇ ਜਦੋਂ ਅਸੀਂ ਉਹਦੇ ਕਿਸੇ ਵੀ ਢੰਗ ਦੇ ਨਾਲ ਡਰਾਉਣ ਤੇ ਨਾ ਡਰੇ, ਫਿਰ ਉਹ ਬੜਾ ਭਿਆਨਕ ਸ਼ਕਲ ਦਾ ਬੰਦਾ ਬਣ ਕੇ ਸਾਡੇ ਸਾਹਮਣੇ ਆ ਕੇ ਖੜ ਗਿਆ, ਮਨੁੱਖ ਦੀ ਸ਼ਕਲ ਦੇ ਵਿੱਚ ਆ ਕੇ ਖੜ ਗਿਆ। ਕਹਿੰਦੇ ਅਸੀਂ ਉਹਨੂੰ ਦਬਕਾ ਮਾਰ ਕੇ ਪੁੱਛਿਆ ਵੀ ਤੂੰ ਕੌਣ ਹੈ? ਉਸ ਭਿਆਨਕ ਸ਼ਕਲ ਵਾਲੇ ਮਨੁੱਖ ਨੇ ਉੱਤਰ ਦਿੱਤਾ, ਕਹਿੰਦਾ ਜੀ ਮੈਂ ਕਲਯੁਗ ਹਾਂ। ਉਸ ਕਲਯੁਗ ਨੇ ਬੜੇ ਜ਼ੋਰ ਨਾਲ ਕੜਕਵੀਂ ਆਵਾਜ਼ ਦੇ ਵਿੱਚ ਆਖਿਆ, ਸੁਣ ਸੰਤ ਜੀ, ਤੂੰ ਆਪ ਤਾਂ ਮੇਰੇ ਪੰਜੇ ਵਿੱਚੋਂ ਛੁੱਟ ਗਿਆ ਹੈ ਤੇ ਹੋਰਨਾਂ ਨੂੰ ਵੀ ਛਡਵਾਉਣਾ ਹੈ ਤੈਂ। ਤਾਂ ਸੰਤਾਂ ਨੇ ਬੜੇ ਨਿਰਭੈ ਹੋ ਕੇ ਕਲਯੁਗ ਨੂੰ ਆਖਿਆ, ਸੁਣ ਤੂੰ ਕਲਯੁਗ, ਜਿਸ ਬੰਦੇ ਤੇ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਹੋ ਜਾਵੇ ਸੋ ਪੂਰਨ ਸੰਤਾਂ ਦਾ ਸੰਗੀ ਬਣ ਕੇ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਨੂੰ ਮੰਨ ਕੇ ਸਚਿਆਰ ਬਣ ਜਾਵੇ, ਉਸ ਪਰ ਤੇਰਾ ਬਲ ਨਹੀਂ ਪੈ ਸਕਦਾ, ਉਸ ਦਾ ਤੂੰ ਕੁਝ ਨਹੀਂ ਵਿਗਾੜ ਸਕਦਾ। ਸੋ ਤੇਰੇ ਪੰਜੇ ਦੇ ਵਿੱਚੋਂ ਨਿਕਲ ਗਿਆ ਸਮਝ। ਗੁਰੂ ਨਾਨਕ ਦੀ ਸਿੱਖੀ ਮਿਲ ਗਈ, ਪੂਰਨ ਸਾਧੂ ਦੀ ਸੰਗਤ ਮਿਲ ਗਈ, ਤਾਂ ਫਿਰ ਉਹ ਤੇਰੇ ਪੰਜੇ ਵਿੱਚੋਂ ਨਿਕਲ ਗਿਆ। ਫਿਰ ਕਲਯੁਗ ਨੇ ਆਖਿਆ, ਕਹਿੰਦਾ ਜੀ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹਾ ਵਰਤਾਰਾ ਬਣੇਗਾ। ਕਿਹੋ ਜਿਹਾ? ਕਹਿੰਦੇ ਬਾਕੀ ਸਾਰਾ ਸਮਾਜ ਕੂੜੇ ਲੋਕਾਂ ਨਾਲ ਭਰ ਜਾਵੇਗਾ, ਝੂਠੇ ਲੋਕਾਂ ਨਾਲ, ਬੇਈਮਾਨਾਂ ਨਾਲ ਭਰ ਜਾਵੇਗਾ। ਕੋਈ ਸਚਿਆਰਾ ਪੁਰਸ਼ ਰਹਿ ਜਾਏਗਾ, ਕੋਈ ਸੱਚ ਦੇ ਉੱਤੇ ਚੱਲਣ ਵਾਲਾ ਰਹਿ ਜਾਏਗਾ। ਹੁਣ ਜੇ ਦੋ ਝੂਠੇ ਬੰਦੇ ਝੂਠ ਦੇ ਪਿੱਛੇ ਲੜ ਰਹੇ ਹੋਣਗੇ ਤੇ ਸਚਿਆਰਾ ਬੰਦਾ ਉਹਨਾਂ ਨੂੰ ਛਡਾਉਣ ਦੀ ਕੋਸ਼ਿਸ਼ ਕਰੇਗਾ ਵਿੱਚ ਪੈ ਕੇ ਵੀ ਇਹਨਾਂ ਨੂੰ ਛਡਾ ਦਿਆਂ, ਤਾਂ ਉਹ ਝੂਠੇ ਬੰਦੇ ਤਾਂ ਮੁੜ ਕੇ ਇੱਕ ਹੋ ਜਾਣਗੇ ਤੇ ਜਿਹੜਾ ਸੱਚਾ ਬੰਦਾ ਉਹਨਾਂ ਨੂੰ ਛਡਾਉਣ ਵਾਸਤੇ ਵਿੱਚ ਪਏਗਾ ਉਹ ਛਿੱਤਰ ਖਾਏਗਾ, ਉਹ ਕੁੱਟ ਖਾਏਗਾ।
ਐਸਾ ਕਲਯੁਗ ਦਾ ਵਰਤਾਰਾ ਹੋਏਗਾ, ਸੱਚੇ ਬੰਦੇ ਦੀ ਕਦਰ ਘਟ ਜਾਏਗੀ ਤੇ ਝੂਠੇ ਬੰਦੇ ਚੌਧਰੀ ਬਣ ਜਾਣਗੇ। ਝੂਠੇ ਬੰਦੇ ਜਿਹੜੇ ਨੇ ਉਹਨਾਂ ਦੀ ਬੱਲੇ ਬੱਲੇ ਹੋਏਗੀ ਸਾਰੇ ਪਾਸੇ, ਤੇ ਸੱਚੇ ਬੰਦੇ ਨੂੰ ਕੋਈ ਪੁੱਛੇਗਾ ਨਹੀਂ। ਇਸ ਕਰਕੇ ਦੁਨੀਆ ਦੇ ਲੋਕ ਇਹ ਸੋਚਣਗੇ ਵੀ ਇਹਦੇ ਨਾਲੋਂ ਸੱਚੇ ਬਣ ਕੇ ਕੀ ਲੈਣਾ ਹੈ, ਮਾੜੇ ਪਾਸੇ ਚੱਲਣਾ ਹੀ ਠੀਕ ਹੈ, ਫਿਰ ਬੇਈਮਾਨੀ ਹੀ ਠੀਕ ਹੈ। ਇਸ ਕਰਕੇ ਸੰਤ ਜੀ, ਮੇਰੇ ਕੋਲੋਂ ਜੀਵਾਂ ਦਾ ਛੁੱਟਣਾ ਬਹੁਤ ਔਖਾ ਹੈ, ਬਹੁਤ ਔਖਾ ਹੈ। ਹੁਣ ਐਸਾ ਸਮਾਂ ਆਏਗਾ, ਭੈੜੇ ਤਰੀਕਿਆਂ ਦੇ ਨਾਲ ਲੋਕੀ ਪੈਸਾ ਕਮਾਉਣਗੇ। ਉਸ ਪੈਸੇ ਦਾ ਘਰ ਵਿੱਚ ਅੰਨ ਆਏਗਾ, ਅੰਨ ਦੇ ਵਿੱਚ ਮੈਂ ਪ੍ਰਵੇਸ਼ ਕਰ ਜਾਵਾਂਗਾ, ਤੇ ਇਸ ਤਰ੍ਹਾਂ ਦੇ ਨਾਲ ਫਿਰ ਜਿਹੜੇ ਸਤੋ ਗੁਣ ਹਨ ਉਹ ਸਾਰੇ ਹੀ ਹੌਲੀ ਹੌਲੀ ਅੰਦਰੋਂ ਖਤਮ ਹੋ ਜਾਣਗੇ। ਐਸਾ ਸਮਾਂ ਮੈਂ ਲਿਆ ਦਿਆਂਗਾ, ਕਿਸੇ ਦੀ ਸੰਗ ਸ਼ਰਮ ਹਿਆ ਨਹੀਂ ਰਹੇਗੀ। ਸੋ ਇਹ ਸਾਰੇ ਬਚਨ ਸੰਤ ਜੀ ਮਹਾਰਾਜ ਕਹਿੰਦੇ ਸਾਡੇ ਨਾਲ ਕਲਯੁਗ ਨੇ ਕੀਤੇ ਸੀ, ਜੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਰਾ ਕੁਝ ਹੋਵੇਗਾ, ਜੋ ਕਿ ਅੱਜ ਆਪਾਂ ਵੇਖ ਰਹੇ ਹਾਂ, ਜੋ ਅੱਜ ਸਮਾਂ ਵਰਤ ਰਿਹਾ ਹੈ। ਅੱਜ ਕਈ ਕਹਿਣ ਵਾਲੇ ਕਹਿੰਦੇ ਨੇ ਫਲਾਨਾ ਬੇਈਮਾਨੀਆਂ ਵੀ ਕਰਦਾ ਹੈ ਤੇ ਉਹ ਬੜਾ ਸੁਖੀ ਵੀ ਹੈ। ਸਾਧ ਸੰਗਤ ਜੀ, ਇਹਦੇ ਵਿੱਚ ਥੋੜਾ ਜਿਹਾ ਸਮਝਣ ਦੀ ਗੱਲ ਹੈ ਵੀ ਜਿਹਦੇ ਪਿਛਲੇ ਪੁੰਨ ਕਰਮ ਜਮ੍ਹਾਂ ਹੋਏ ਵੇ ਹੋਣ, ਉਹਨੂੰ ਉਹਨਾਂ ਦਾ ਸਦਕਾ ਸੁਖ ਮਿਲ ਜਾਂਦਾ ਹੈ। ਪਰ ਇਹਦਾ ਮਤਲਬ ਇਹ ਨਹੀਂ ਵੀ ਉਹਦੇ ਕੀਤੇ ਮਾੜੇ ਕਰਮਾਂ ਦਾ ਉਹਨੂੰ ਫਲ ਨਹੀਂ ਮਿਲਣਾ। ਗੁਰਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ 1430 ਅੰਗ, ਇੱਕ ਇੱਕ ਬਚਨ ਸੱਚਾ ਹੈ। ਤੇ ਹਜ਼ੂਰ ਮਹਾਰਾਜ ਕਹਿੰਦੇ ਨੇ ਤੇਰੇ ਕੀਤੇ ਚੰਗੇ ਕੰਮਾਂ ਦਾ ਫਲ ਵੀ ਤੈਨੂੰ ਜ਼ਰੂਰ ਮਿਲੂਗਾ, ਤੇ ਤੇਰੇ ਕੀਤੇ ਹੋਏ ਮਾੜੇ ਕਰਮਾਂ ਦਾ ਫਲ ਵੀ ਤੈਨੂੰ ਜ਼ਰੂਰ ਮਿਲੇਗਾ। ਇਹ ਨਹੀਂ ਹੈ ਵੀ ਤੇਰੇ ਮਾੜੇ ਕੀਤੇ ਕਰਮਾਂ ਦਾ ਜਿਹੜਾ ਫਲ ਹੈ ਉਹ ਕੋਈ ਹੋਰ ਭੁਗਤੇਗਾ ਤੇ ਤੇਰੇ ਚੰਗੇ ਕਰਮਾਂ ਦਾ ਹੀ ਫਲ ਤੈਨੂੰ ਸਿਰਫ ਮਿਲੇਗਾ। ਸੋ ਇਸ ਤਰ੍ਹਾਂ ਨਾਲ ਭਾਈ ਗੁਰਦਾਸ ਸਾਹਿਬ ਜੀਆਂ ਨੇ ਬੜਾ ਸੁੰਦਰ ਇੱਕ ਬਚਨ ਲਿਖਿਆ ਹੈ 17ਵੀਂ ਵਾਰ ਦੇ ਵਿੱਚ। ਵਿਰਤੀ ਹਾਣ ਵਖਾਣਿਆ ਭਲੇ ਬੁਰੇ ਦੀ ਸੁਣੀ ਕਹਾਣੀ, ਭਲਾ ਬੁਰਾ ਦੋਏ ਚੱਲੇ ਰਾਹ, ਉਸ ਥੈਂ ਤੋਸਾ ਉਸ ਥੈਂ ਪਾਣੀ, ਤੋਸਾ ਅੱਗੇ ਰੱਖਿਆ ਭਲੇ ਭਲਾਈ ਅੰਦਰ ਆਣੀ, ਬੁਰਾ ਬੁਰਾਈ ਕਰ ਗਹਿਆ ਹੱਥੀਂ ਕੱਢ ਨਾ ਦਿੱਤੋਂ ਪਾਣੀ, ਭਲਾ ਭਲਾਈਓਂ ਸਿੱਝਿਆ ਬੁਰਾ ਬੁਰਾਈਓਂ ਵੈਣ ਵਿਹਾਣੀ, ਸੱਚਾ ਸਾਹਿਬ ਨਿਆਉ ਸੱਚ। ਮਾਲਕ ਸੱਚਾ ਹੈ ਤੇ ਉਹਦਾ ਨਿਆਮ ਵੀ ਸੱਚਾ ਹੈ। ਭਲਾ ਬੰਦਾ ਭਲਾਈ ਕਰਨੀ ਨਾ ਛੱਡੇ, ਨੇਕੀ ਨਾ ਛੱਡੇ, ਤੇ ਜਿਹੜਾ ਬੁਰਾ ਹੈ ਉਹ ਜੇ ਬੁਰਾਈ ਨਹੀਂ ਛੱਡ ਰਿਹਾ ਤਾਂ ਭਲੇ ਨੂੰ ਉਹਦੇ ਵੱਲ ਦੇਖ ਕੇ ਆਪਣੀ ਭਲਾਈ ਨਹੀਂ ਛੱਡ ਦੇਣੀ ਚਾਹੀਦੀ, ਬਲਕਿ ਮਾਲਕ ਤੇ ਯਕੀਨ ਰੱਖਣਾ ਚਾਹੀਦਾ ਹੈ। ਸੱਚਾ ਸਾਹਿਬ ਨਿਆਉ ਸੱਚ। ਜੀਆਂ ਦਾ ਜਾਣ ਹੋਈ ਜਾਣੀ, ਸਾਰਿਆਂ ਦੇ ਅੰਦਰਲੀ ਜਾਣਦਾ ਜੀ ਉਹ। ਕੁਦਰਤ ਕਾਦਰ ਨੂੰ ਕੁਰਬਾਨੀ, ਉਸ ਕੁਦਰਤ ਤੋਂ ਕੁਰਬਾਨ ਜਾਈਏ ਜਿਹਨੇ ਸਾਰਿਆਂ ਦੇ ਬਿਲਕੁਲ ਸਹੀ ਨਿਬੇੜੇ ਕਰਨੇ ਹਨ, ਜਿਹਨੇ ਸਾਰਿਆਂ ਦੇ ਸਹੀ ਫੈਸਲੇ ਕਰਨੇ ਹਨ। ਸੋ ਇਸ ਤਰ੍ਹਾਂ ਨਾਲ ਆਪ ਜੀ ਨੇ ਪਿਛਲੇ ਦੀਵਾਨਾਂ ਦੇ ਵਿੱਚ ਵੀ, ਪਿਛਲੀ ਕਥਾ ਦੇ ਵਿੱਚ ਵੀ ਸੁਣਿਆ ਸੀ ਵੀ ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਜਿੱਥੇ ਹੋਰ ਕਰਮਾਂ ਤੋਂ ਵਰਜਿਆ ਹੈ, ਬੁਰੇ ਕਰਮਾਂ ਤੋਂ, ਉੱਥੇ ਵਿਸ਼ੇਸ਼ ਕਰਕੇ ਨਿੰਦਿਆ ਵੱਲੋਂ ਵੀ ਵਰਜਿਆ ਹੈ। ਨਿੰਦਾ ਭਲੀ ਕਿਸੇ ਕੀ ਨਾਹੀ, ਮਨਮੁਖ ਮੁਗਧ ਕਰਨ, ਮੂੰਹ ਕਾਲੇ ਤਿਨਾ ਨਿੰਦਕਾ ਨਰਕੇ ਘੋਰ ਪਵਨ। ਇਹ ਪਾਪ ਜਿਹੜਾ ਹੈ ਉਹ ਸਹਿਜ ਦੇ ਵਿੱਚ ਹੀ ਸਾਡੇ ਲੋਕ ਕਰੀ ਜਾ ਰਹੇ ਨੇ, ਸਹਿਜ ਦੇ ਵਿੱਚ ਹੀ। ਜਦੋਂ ਦੋ ਸਰੀਰਾਂ ਨੂੰ ਇਕੱਠੇ ਬੈਠਣ ਦਾ ਸਮਾਂ ਮਿਲਦਾ ਹੈ ਤਾਂ ਤੀਜੇ ਦੀ ਨਿੰਦਿਆ ਸ਼ੁਰੂ ਕਰ ਦਿੰਦੇ ਆ, ਜਿਹੜਾ ਕੋਲ ਨਹੀਂ ਉਸ ਦੀ ਗੱਲ ਸ਼ੁਰੂ ਕਰ ਦਿੰਦੇ ਆ। ਕੂੜਾ ਕਿਸੇ ਦਾ, ਗੰਦਗੀ ਕਿਸੇ ਦੀ, ਤੇ ਚੱਕ ਕੇ ਢੋਂਦੇ ਆਪਾਂ ਫਿਰਦੇ ਆ। ਤੋ ਇਹ ਬਹੁਤ ਜਿਹੜੀ ਆਪਣੇ ਜੀਵਨ ਦੀ ਕਮੀ ਹੈ, ਸ਼ੁਭ ਗੁਣਾਂ ਨੂੰ ਸਾੜਨ ਵਾਲੀ ਗੱਲ ਹੈ, ਸ਼ੁਭ ਗੁਣਾਂ ਨੂੰ ਅੰਦਰੋਂ ਖਤਮ ਕਰ ਦੇਣ ਵਾਲੀ ਗੱਲ ਹੈ। ਤੇ ਮਹਾਰਾਜ ਜੀਆਂ ਦੇ ਪਿਆਰੇ, ਰੱਬ ਦੇ ਪਿਆਰਿਆਂ ਨੇ ਬਚਨ ਬਾਣੀ ਦੇ ਵਿੱਚ ਕੀਤਾ ਹੈ, ਕਹਿੰਦੇ ਜੇ ਸਾਡੀ ਕੋਈ ਸਾਡੇ ਮੂੰਹ ਤੇ ਵੀ ਨਿੰਦਿਆ ਕਰੇ ਸਾਨੂੰ ਕੋਈ ਦੁੱਖ ਨਹੀਂ। ਉਹਨਾਂ ਨੇ ਇਸ ਗੱਲ ਨੂੰ ਸਮਝ ਲਿਆ, ਜਾਣ ਲਿਆ ਵੀ ਜਿਹੜਾ ਨਿੰਦਿਆ ਕਰਨ ਵਾਲਾ ਉਹ ਤਾਂ ਸਾਡੇ ਪਾਪਾਂ ਦਾ ਭਾਰ ਆਪਦੇ ਸਿਰ ਤੇ ਚੱਕ ਰਿਹਾ ਹੈ। ਕਬੀਰ ਜੀ ਨੇ ਇਸੇ ਕਰਕੇ ਕਿਹਾ ਨਾ ਜੀ, ਨਿੰਦੋ ਨਿੰਦੋ ਮੋਕੋ ਲੋਗ ਨਿੰਦੋ। ਐ ਲੋਕੋ ਠੀਕ ਹੈ ਤੁਸੀਂ ਕਰੋ ਮੇਰੀ ਨਿੰਦਿਆ ਜਿੰਨੀ ਕਰ ਸਕਦੇ ਹੋ। ਨਿੰਦਾ ਜਨ ਕੋ ਖਰੀ ਪਿਆਰੀ,
ਨਿੰਦਾ ਬਾਪ ਨਿੰਦਾ ਮਹਤਾਰੀ। ਰਹਾਉ ਨਿੰਦਾ ਹੋਏ ਤਾਂ ਬੈਕੁੰਠ ਜਾਈਐ, ਨਾਮ ਪਦਾਰਥ ਮਨਹਿ ਬਸਾਈਐ। ਪਿਛਲੇ ਦਿਨਾਂ ਦੇ ਵਿੱਚ ਆਪ ਜੀ ਨੇ ਰਾਜਾ ਅੱਜ ਦੀ ਸਾਖੀ ਸੁਣੀ ਸੀ, ਅਜੈ ਰਾਜਾ ਦੀ, ਜਿਹਨੇ ਸੰਤਾਂ ਨੂੰ ਭਿਖਿਆ ਦੇ ਵਿੱਚ ਲਿੱਦ ਦਿੱਤੀ ਸੀ। ਤੇ ਸਾਧ ਸਿੰਘ ਜੀ ਜਦੋਂ ਉਹਨੇ ਲਿੱਦ ਦਾ ਢੇਰ ਲੱਗਿਆ ਵਾ ਦੇਖਿਆ ਸੀ ਤਾਂ ਉਸ ਵੇਲੇ ਸੰਤਾਂ ਨੂੰ ਪੁੱਛਿਆ ਵੀ ਇੱਥੇ ਕਿਸੇ ਰਾਜੇ ਦੀਆਂ ਫੌਜਾਂ ਆਈਆਂ? ਮਹਾਂਪੁਰਸ਼ ਕਹਿੰਦੇ ਨਹੀਂ। ਫਿਰ ਇਹ ਲਿੱਦ ਦਾ ਢੇਰ ਕਹਿੰਦੇ ਤੇਰਾ ਦਿੱਤਾ ਹੋਇਆ ਦਾਨ ਹੈ ਜਿਹੜਾ ਵੱਧ ਰਿਹਾ, ਇਹ ਤੈਨੂੰ ਖਾਣਾ ਪਏਗਾ। ਫਿਰ ਉਹਨੇ ਨਿਵਾਣਾ ਹੋ ਕੇ ਸਾਧਨ ਪੁੱਛਿਆ ਸੀ ਵੀ ਕਿਸੇ ਤਰ੍ਹਾਂ ਮੇਰੇ ਨਾਲ ਕੋਈ ਰਹਿਤ ਹੋ ਜਾਵੇ। ਤਾਂ ਸੰਤ ਕਹਿੰਦੇ ਸੀ ਆਪ ਦੀ ਨਿੰਦਿਆ ਕਰਾ ਲੈ। ਨਿੰਦਿਆ ਜਿਹੜਾ ਕਰੇਗਾ ਇਹ ਤੇਰੀ ਲਿੱਦ ਦੇ ਵਿੱਚੋਂ ਹਿੱਸਾ ਉਹਨੂੰ ਮਿਲ ਜਾਏਗਾ, ਖਾਣਾ ਪੈਣਾ ਇਹ ਭਾਈ, ਤੇ ਤੇਰੀ ਨਿੰਦਿਆ ਕਰਨ ਵਾਲੇ ਤੇਰੇ ਨਾਲ ਹਿੱਸਾ ਬਣਾ ਲੈਣਗੇ। ਤੋ ਇਸ ਤਰ੍ਹਾਂ ਨਾਲ ਉਹਨੇ ਫਿਰ ਆਪਦੀ ਨਿੰਦਿਆ, ਜਿਵੇਂ ਮਹਾਂਪੁਰਖਾਂ ਨੇ ਦੱਸਿਆ ਸੀ, ਰੰਗ ਵਾਲਾ ਪਾਣੀ ਬੋਤਲਾਂ 'ਚ ਪਾ ਕੇ ਰੱਥ ਤੇ ਬੈਠ ਕੇ ਨੌਜਵਾਨ ਲੜਕੀਆਂ ਨੂੰ ਆਪਣੇ ਨਾਲ ਬਿਠਾਲ ਕੇ ਸਾਰੇ ਸ਼ਹਿਰ ਦੇ ਵਿੱਚ ਗੇੜੇ ਕੱਢੇ ਸੀ। ਹੁਣ ਵੇਖਣ ਵਾਲਾ ਜਿਹੜਾ ਵੀ ਵੇਖਦਾ ਹੈ, ਪਹਿਲਾਂ ਤਾਂ ਰਾਜੇ ਦੀ ਸੋਭਾ ਬੜੀ ਹੁੰਦੀ ਸੀ, ਰਾਜਾ ਬੜਾ ਦਾਨੀ ਹੈ, ਰਾਜਾ ਬੜਾ ਸਚਿਆਰਾ ਹੈ, ਰਾਜਾ ਬੜਾ ਇਮਾਨਦਾਰ ਹੈ, ਰਾਜਾ ਪ੍ਰਜਾ ਨੂੰ ਸੁਖੀ ਰੱਖ ਰਿਹਾ ਹੈ। ਪਹਿਲਾਂ ਤਾਂ ਸਿਫਤਾਂ ਹੁੰਦੀਆਂ ਸੀ, ਪਰ ਹੁਣ ਜਿਹਨੇ ਦੇਖਿਆ ਉਹਨੇ ਸਚਾਈ ਕੋਈ ਨਹੀਂ ਦੇਖੀ, ਖੋਜਬੀਨ ਕੋਈ ਨਹੀਂ ਕੀਤੀ, ਬਸ ਜੋ ਦੇਖ ਲਿਆ ਉਹੀ ਗੱਲਾਂ ਕਰਨ ਲੱਗ ਪਏ। ਕਹਿੰਦੇ ਰਾਜਾ ਤਾਂ ਬਈ ਇਹਦਾ ਤਾਂ ਐਂ ਲੱਗਦਾ ਵੀ ਜਿਵੇਂ ਦਿਮਾਗ ਖਰਾਬ ਹੋ ਗਿਆ, ਦਿਮਾਗ ਖਰਾਬ ਹੋ ਗਿਆ, ਰਾਜਾ ਵਿਭਚਾਰੀ ਹੋ ਗਿਆ, ਰਾਜਾ ਨਸ਼ਈ ਹੋ ਗਿਆ। ਸੱਚ ਕੁਝ ਹੋਰ ਹੈ, ਦਿਸ ਕੁਝ ਹੋਰ ਰਿਹਾ ਹੈ। ਤੇ ਸੰਸਾਰ ਦੇ ਲੋਕੀ ਜਿਨ੍ਹਾਂ ਦਾ ਕਿਸੇ ਗੱਲ ਨਾਲ ਵਾਹ ਵਾਸਤਾ ਨਹੀਂ ਹੈ, ਬਸ ਉਹਨਾਂ ਨੂੰ ਇੱਕ ਬਹਾਨਾ ਚਾਹੀਦਾ ਗੱਲ ਕਰਨ ਦਾ। ਕਦੇ ਗੰਭੀਰਤਾ ਦੇ ਨਾਲ ਇਸ ਗੱਲ ਨੂੰ ਵਿਚਾਰਨਾ। ਜਦੋਂ ਅਸੀਂ ਕਿਸੇ ਦੀਆਂ ਗੱਲਾਂ ਕਰਦੇ ਹਾਂ ਜਾਂ ਕਿਸੇ ਦੀ ਬੁਰਾਈ ਕਰਦੇ ਹਾਂ, ਉਹਦੇ ਪਿੱਛੇ ਸਾਡਾ ਮਨਸੂਬਾ ਕੀ ਹੈ, ਸਾਨੂੰ ਮਿਲਦਾ ਕੀ ਹੈ, ਸਾਨੂੰ ਲਾਭ ਕੀ ਹੁੰਦਾ ਹੈ? ਸਿਰਫ ਕੁਛ ਸਮੇਂ ਦਾ ਆਪਣੇ ਮਨ ਦਾ ਸਵਾਦ, ਸਿਰਫ ਕੰਨ ਰਸ ਹੈ ਨਾ, ਦੂਜੇ ਦੀਆਂ ਗੱਲਾਂ ਕਰਕੇ ਸਵਾਦ ਆਉਂਦਾ ਬਸ, ਗੱਲ ਕੁਛ ਵੀ ਨਹੀਂ। ਪਰ ਉਹਦੇ ਪਿੱਛੇ ਨੁਕਸਾਨ ਕਿੱਡਾ ਵੱਡਾ ਸਾਡਾ, ਵੀ ਉਹਦੇ ਕਰਮਾਂ ਦਾ ਭਾਰ ਸਾਡੇ ਸਿਰ ਆ ਜਾਂਦਾ ਹੈ। ਜਿਉਂ ਬਿਗਾਰੀ ਕਹਿ ਸਿਰ ਦੀਜੈ ਦਾਮ, ਜਿਵੇਂ ਵਿਗਾਰ ਕਰਨੀ ਪੈ ਜਾਣਾ ਵੀ ਬਿਨਾਂ ਮਿਹਨਤ ਮਜ਼ਦੂਰੀ, ਬਿਨਾਂ ਮਿਹਨਤ ਮਜ਼ਦੂਰੀ ਤੋਂ, ਬਿਨਾਂ ਮਾਇਆ ਤੋਂ, ਮਿਹਨਤਾਨੇ ਤੋਂ ਬਿਨਾਂ ਕਿਸੇ ਦਾ ਭਾਰ ਢੋਣਾ ਪੈ ਜੇ, ਕੌਣ ਢੋਂਦਾ ਜੀ? ਬਿਲਕੁਲ ਨਹੀਂ, ਪਰ ਨਿੰਦਿਆ ਕਰਨ ਵਾਲਾ ਢੋਂਦਾ ਜੀ। ਤੋ ਹੁਣ ਰਾਜਾ ਅਜੈ ਦੀ ਨਿੰਦਿਆ ਬੜੀ ਹੋਈ ਜੀ ਸਾਰੇ ਸ਼ਹਿਰ ਵਿੱਚ। ਜਦੋਂ ਵਾਪਸ ਗਿਆ ਸੰਤਾਂ ਕੋਲੇ, ਹੁਣ ਉਹ ਸਾਰਾ ਲਿੱਦ ਦਾ ਢੇਰ ਸੀ ਜਿਹੜਾ ਉਹ ਖਤਮ ਹੋ ਗਿਆ, ਤੇ ਬਿਲਕੁਲ ਥੋੜੀ ਜਿਹੀ ਲਿੱਦ ਜਿੰਨੀ ਉਹਨੇ ਦਾਨ ਕਰੀ ਸੀ ਉਹੀ ਰਹਿ ਗਈ। ਜਾ ਕੇ ਨਮਸਕਾਰ ਕੀਤੀ, ਕਹਿੰਦਾ ਮਹਾਰਾਜ ਇਹ ਲਿੱਦ ਦਾ ਢੇਰ ਕਿੱਥੇ ਗਿਆ? ਸੰਤ ਕਹਿੰਦੇ ਵੀ ਜਿਹਨੇ ਜਿਹਨੇ ਨਿੰਦਿਆ ਕਰੀ ਹੈ ਉਹਦੇ ਹਿੱਸੇ ਦੀ ਲਿੱਦ ਉਹਦੀ ਜੀਭ ਤੇ ਚਲੀ ਗਈ। ਵਾਹਿਗੁਰੂ, ਐਸਾ ਫਲ ਹੈ ਨਿੰਦਿਆ ਦਾ। ਉਹਦੇ ਕਰਮਾਂ ਦੀ ਗੰਦਗੀ ਤੇ ਸਾਡੇ ਕਰਮਾਂ ਵਿੱਚ ਆ ਗਈ। ਕਿੱਡੀ ਵੱਡੀ ਗੱਲ। ਜੇ ਇਸ ਭੇਦ ਨੂੰ ਸਮਝ ਲਈਏ ਤਾਂ ਫੇਰ ਕਿਉਂ ਨਾ ਆਪਾਂ ਮੰਨ ਲਈਏ, ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ। ਜਿਨੇ ਐਸਾ ਕਰ ਬੂਝਿਆ, ਮੀਤ ਹਮਾਰਾ ਸੋਏ। ਤ੍ਰੇਤੇ ਯੁੱਗ ਦੀ ਇੱਕ ਘਟਨਾ ਮਹਾਂਪੁਰਖ ਸੁਣਾਇਆ ਕਰਦੇ ਹੈ। ਵੀ ਇੱਕ ਵਾਰੀ ਦੁਆਪਰ ਯੁੱਗ ਦੀ ਘਟਨਾ, ਖਿਮਾ ਕਰਨਾ, ਇੱਕ ਵਾਰੀ ਸ੍ਰੀ ਕ੍ਰਿਸ਼ਨ ਜੀ ਮਹਾਰਾਜ ਨੇ ਦੁਰਯੋਧਨ ਨੂੰ ਕਿਹਾ ਬਈ ਤੂੰ ਕੋਈ ਆਪਣੇ ਸਮਾਜ ਦੇ ਵਿੱਚੋਂ ਵਧੀਆ ਬੰਦਾ ਲੱਭ ਕੇ ਲਿਆ, ਚੰਗੇ ਤੋਂ ਚੰਗਾ ਬੰਦਾ ਲੱਭ ਕੇ ਲਿਆਇਆ। ਯੁਧਿਸ਼ਟਰ ਨੂੰ ਕਿਹਾ ਵੀ ਤੂੰ ਕੋਈ ਮਾੜਾ ਬੰਦਾ ਲੱਭ ਕੇ ਲਿਆ। ਦੋਨੋਂ ਜਣੇ ਸਾਰਾ ਦਿਨ ਘੁੰਮਦੇ ਰਹੇ, ਸਾਰਾ ਦਿਨ ਘੁੰਮਦੇ ਰਹੇ, ਦੋਨੋਂ ਹੀ ਖਾਲੀ ਆ ਗਏ। ਦੁਰਯੋਧਨ ਨੂੰ ਕੋਈ ਚੰਗਾ ਬੰਦਾ ਨਹੀਂ ਲੱਭਿਆ, ਯੁਧਿਸ਼ਟਰ ਨੂੰ ਕੋਈ ਮਾੜਾ ਬੰਦਾ ਨਹੀਂ ਲੱਭਿਆ। ਹੁਣ ਜਿਸ ਵੇਲੇ ਉਹ ਆ ਗਏ
ਤਾਂ ਉਸ ਵੇਲੇ ਸ੍ਰੀ ਕ੍ਰਿਸ਼ਨ ਜੀ ਮਹਾਰਾਜ ਕਹਿੰਦੇ ਦੁਰਯੋਧਨ ਜੀ ਤੁਸੀਂ ਖਾਲੀ ਹੱਥ ਆ ਗਏ, ਕੋਈ ਚੰਗਾ ਬੰਦਾ ਲੱਭ ਕੇ ਨਹੀਂ ਲਿਆਏ। ਕਹਿੰਦੇ ਜੀ ਮੈਂ ਕੋਸ਼ਿਸ਼ ਬੜੀ ਕੀਤੀ ਪਰ ਮੈਨੂੰ ਆਪਣੇ ਨਾਲੋਂ ਚੰਗਾ ਕੋਈ ਮਿਲਿਆ ਹੀ ਨਹੀਂ, ਆਪਣੇ ਨਾਲੋਂ ਚੰਗਾ ਕੋਈ ਲੱਭਿਆ ਹੀ ਨਹੀਂ। ਇਸ ਕਰਕੇ ਮੈਂ ਕਿਹਾ ਵੀ ਜੇ ਚੰਗਾ ਹੀ ਚਾਹੀਦਾ ਤੇ ਫਿਰ ਚੰਗਾ ਤੇ ਮੈਂ ਹੈਗਾ ਹੀ ਆ, ਮੈਂ ਆਪੇ ਕਿਉਂ ਨਾ ਚਲਿਆ ਜਾਵਾਂ। ਕਹਿੰਦੇ ਠੀਕ ਹੈ। ਉਹਨੂੰ ਚੰਗਾ ਨਹੀਂ ਦਿਸਿਆ ਕੋਈ ਵੀ, ਕਿਉਂਕਿ ਉਹ ਖੁਦ ਚੰਗਾ ਨਹੀਂ ਸੀ। ਜੇ ਉਹ ਚੰਗਾ ਹੁੰਦਾ ਤੇ ਉਹਨੂੰ ਚੰਗਿਆਂ ਨਾਲ ਭਰਿਆ ਹੋਇਆ ਸਮਾਜ ਦਿਸਣਾ ਸੀ। ਉਹਦੀ ਆਪ ਦੀ ਦ੍ਰਿਸ਼ਟੀ ਮਾੜੀ ਸੀ, ਉਹਦੀ ਆਪ ਦੀ ਬਿਰਤੀ ਮਾੜੀ ਸੀ, ਇਸ ਕਰਕੇ ਉਹਨੂੰ ਕੋਈ ਵੀ ਚੰਗਾ ਨਹੀਂ ਸੀ ਦਿਸ ਰਿਹਾ। ਹੁਣ ਅੱਗੇ ਗੱਲ ਆ ਗਈ, ਯੁਧਿਸ਼ਠਰ ਜੀ ਤੁਸੀਂ ਕੋਈ ਮਾੜਾ ਬੰਦਾ ਨਹੀਂ ਲਿਆਏ ਲੱਭ ਕੇ। ਕਹਿੰਦੇ ਜੀ ਦੇਖਿਆ ਮੈਂ ਵੀ ਬਹੁਤ, ਪਰ ਮੈਨੂੰ ਆਪਣੇ ਨਾਲੋਂ ਮਾੜਾ ਕੋਈ ਦਿਸਿਆ ਨਹੀਂ। ਬੁਰਾ ਜੋ ਦੇਖਣ ਮੈਂ ਗਿਆ, ਬੁਰਾ ਨਾ ਮਿਲਿਆ ਕੋਏ। ਜੋ ਦਿਲ ਖੋਜਿਆ ਆਪਣਾ, ਤਾਂ ਮੁਝ ਤੇ ਬੁਰਾ ਨਾ ਕੋਏ। ਜਦ ਆਪਣਾ ਆਪ ਦੇਖਿਆ ਤਾਂ ਮੈਨੂੰ ਲੱਗਿਆ ਵੀ ਮੇਰੇ ਨਾਲੋਂ ਮਾੜਾ ਕੌਣ ਹੋਊ ਜਿਹੜਾ ਦੁਨੀਆ ਤੇ ਮਾੜੇ ਲੱਭਦਾ ਫਿਰਦਾ ਹੈ। ਮੇਰੇ ਨਾਲੋਂ ਬੁਰਾ ਕੌਣ ਹੋਊ ਜਿਹੜਾ ਬੁਰੇ ਲੱਭਣ ਤੁਰ ਪਿਆ। ਇਸ ਕਰਕੇ ਮਹਾਰਾਜ ਮੈਂ ਆਪੇ ਹੀ ਆ ਗਿਆ ਵੀ ਮਾੜਾ ਤਾਂ ਮੈਂ ਹੀ ਬਥੇਰਾ ਹਾਂ। ਦੂਜੇ ਦੇ ਗੁਣ ਵੇਖੋ ਤੇ ਆਪਣੇ ਔਗਣ ਵੇਖੋ, ਜ਼ਿੰਦਗੀ ਸਫਲ ਹੋ ਜਾਏਗੀ। ਪਰ ਸਾਡਾ ਕੰਮ ਉਲਟ ਹੈ, ਦੂਜੇ ਦੇ ਔਗਣ ਵੇਖਦੇ ਹਾਂ ਤੇ ਆਪਣੇ ਗੁਣ ਵੇਖਦੇ ਹਾਂ। ਦੂਜੇ ਦੇ ਗੁਣ ਵੇਖੋ, ਦੂਜੇ ਦੇ ਗੁਣ ਵੇਖੋ। ਸਾਂਝ ਕਰੀਜੈ ਗੁਣ ਹੈ ਕੇਰੀ। ਜੇ ਕੋਈ ਚੰਗਾ ਗੁਣ ਦਿਸਦਾ ਤੇ ਸਾਂਝ ਪਾਓ, ਉਹਦੇ ਵਾਲਾ ਗੁਣ ਆਪ ਧਾਰਨ ਕਰ ਲਓ, ਆਪਣੇ ਜੀਵਨ ਵਿੱਚ ਉਹ ਗੁਣ ਲਿਆਓ। ਤੇ ਜੇ ਕਿਸੇ ਦੀ ਬੁਰਾਈ ਦਿਸਦੀ ਹੈ ਤੇ ਫਿਰ ਆਪਣੇ ਔਗਣ ਵੇਖਣੇ ਸ਼ੁਰੂ ਕਰੋ ਵੀ ਮਾੜੇ ਕੰਮ ਤਾਂ ਮੈਂ ਵੀ ਬਥੇਰੇ ਕਰਦਾ ਹਾਂ, ਔਗਣ ਤਾਂ ਮੇਰੇ 'ਚ ਹੀ ਬਥੇਰੇ ਨੇ। ਤੇ ਦੂਜੇ ਦੇ ਔਗਣਾਂ ਨੂੰ ਛੱਡ ਦਿਓ। ਦੇਖ ਕੇ ਅਣਡਿੱਠ ਕਰਨਾ, ਅਰਦਾਸ ਵਿੱਚ ਰੋਜ਼ ਪੜ੍ਹਦੇ ਹਾਂ ਦੇਖ ਕੇ ਅਣਡਿੱਠ ਕਰਨਾ, ਪਰ ਨਹੀਂ, ਅਸੀਂ ਦੇਖ ਕੇ ਅਣਡਿੱਠ ਨਹੀਂ ਕਰਦੇ, ਦੇਖ ਕੇ ਛੱਜ 'ਚ ਪਾ ਕੇ ਛੱਟਦੇ ਹਾਂ। ਧੰਨ ਸਤਿਗੁਰੂ ਮਹਾਰਾਜ ਜਿਹੜੇ ਸਾਡੇ ਸਾਰਿਆਂ ਦੇ ਪਰਦੇ ਢੱਕੀ ਬੈਠੇ ਆ, ਜਿਨੇ ਸਾਡੇ ਕਰਮਾਂ ਦੇ ਉੱਤੇ ਪਰਦੇ ਪਾਏ ਹੋਏ ਨੇ। ਜੇ ਮਹਾਰਾਜ ਸਾਹਿਬ ਸਾਡੇ ਪਰਦੇ ਚੱਕਣ ਤੇ ਆ ਜਾਣ ਤੇ ਆਪੋ ਆਪਣੇ ਕਰਮਾਂ ਦੀ ਵਿਚਾਰ ਆਪਾਂ ਆਪ ਹੀ ਕਰ ਸਕਦੇ ਹਾਂ ਵੀ ਸਾਨੂੰ ਕਿੱਥੇ ਥਾਂ ਮਿਲੇਗੀ ਫਿਰ। ਤੋ ਇਸ ਕਰਕੇ ਦੂਜੇ ਦੀ ਨਿੰਦਿਆ ਕਰਨ ਤੋਂ ਪਹਿਲਾਂ ਆਪਣਾ ਜੀਵਨ ਵੇਖਣਾ ਚਾਹੀਦਾ। ਤੋ ਮਹਾਰਾਜ ਕਬੀਰ ਸਾਹਿਬ ਜੀ ਕਹਿੰਦੇ ਨਿੰਦਾ ਹੋਏ ਤਾਂ ਬੈਕੁੰਠ ਜਾਈਐ, ਨਾਮ ਪਦਾਰਥ ਮਨ ਹੈ ਬਸਾਈਐ। ਹਿਰਦੈ ਸੁਧ ਜੋ ਨਿੰਦਾ ਹੋਏ, ਹਮਰੇ ਕੱਪੜੇ ਨਿੰਦਕ ਧੋਏ। ਕੱਪੜੇ ਤਾਂ ਧੋਬੀ ਧੋਂਦੇ ਆ, ਤਾਂ ਮਹਾਰਾਜ ਕਹਿੰਦੇ ਇੱਥੇ ਜਿਹੜਾ ਨਿੰਦਿਆ ਕਰਨ ਵਾਲਾ ਇਹ ਸਾਡੇ ਕੱਪੜੇ ਧੋ ਰਿਹਾ, ਸਾਡੀ ਮੈਲ ਧੋ ਰਿਹਾ। ਕਹਿੰਦੇ ਨਿੰਦਿਆ ਕਰਨ ਵਾਲਾ ਹਮਰੇ ਕੱਪੜੇ ਨਿੰਦਕ ਧੋਏ। ਨਿੰਦਾ ਕਰੈ ਸੋ ਹਮਰਾ ਮੀਤ, ਨਿੰਦਕ ਮਾਹੇ ਹਮਾਰਾ ਚੀਤ। ਨਿੰਦਕ ਸੋ ਜੋ ਨਿੰਦਾ ਹੋਰੈ, ਹਮਰਾ ਜੀਵਨ ਨਿੰਦਕ ਲੋਰੈ। ਨਿੰਦਾ ਹਮਰੀ ਪ੍ਰੇਮ ਪਿਆਰ, ਨਿੰਦਾ ਹਮਰਾ ਕਰੈ ਉਧਾਰ। ਜਨ ਕਬੀਰ ਕਉ ਨਿੰਦਾ ਸਾਰ, ਨਿੰਦਕ ਡੂਬਾ ਹਮ ਉਤਰੇ ਪਾਰ। ਨਿੰਦਿਆ ਕਰਨ ਵਾਲਾ ਕਹਿੰਦੇ ਡੁੱਬ ਗਿਆ ਤੇ ਅਸੀਂ ਪਾਰ ਲੰਘ ਗਏ। ਹੁਣ ਉਹ ਰਾਜਾ ਅਜੈ ਜਿਹੜਾ ਜਿਹਦੀ ਨਿੰਦਿਆ ਕਰੀ ਸਾਰੇ ਸ਼ਹਿਰ ਵਾਸੀਆਂ ਨੇ, ਹੁਣ ਉਹਦੇ ਹਿੱਸੇ ਦੀ ਲਿੱਦ ਜਿੰਨੀ ਉਹਨੇ ਦਾਨ ਕਰੀ ਸੀ ਉਹੀ ਰਹਿ ਗਈ। ਬਾਕੀ ਜਿਹੜਾ ਵਿਆਜ ਪਿਆ ਹੋਇਆ ਸੀ ਉਹ ਨਿੰਦਿਆ ਕਰਨ ਵਾਲਿਆਂ ਨੇ ਹਿੱਸਾ ਵੰਡਾ ਲਿਆ। ਤੇ ਹੁਣ ਮਹਾਂਪੁਰਸ਼ ਕਹਿਣ ਲੱਗੇ, ਕਹਿੰਦੇ ਰਾਜਾ ਜੀ ਵੀ ਹੁਣ ਇੰਨੀ ਕੁ ਲਿੱਦ ਤਾਂ ਤੈਨੂੰ ਖਾਣੀ ਹੋਈ ਪੈਣੀ ਹੈ। ਕਹਿੰਦਾ ਮਹਾਰਾਜ ਲਿੱਦ ਖਾਣੀ ਤਾਂ ਬਹੁਤ ਔਖੀ। ਕਹਿੰਦੇ ਜਿਸ ਵੇਲੇ ਕਰਮ ਕੀਤਾ ਸੀ ਉਸ ਵੇਲੇ ਤੈਨੂੰ ਵਿਚਾਰ ਕਰਨੀ ਚਾਹੀਦੀ ਸੀ ਵੀ ਇਹਦਾ ਫਲ ਵੀ ਭੁਗਤਣਾ ਪੈਣਾ। ਕਹਿੰਦਾ ਮਹਾਰਾਜ ਫੇਰ ਵੀ ਮੇਰੇ ਨਾਲ ਕੁਛ ਰਹਿਤ ਕਰੋ। ਕਹਿੰਦੇ ਹੁਣ ਇੰਨੀ ਤਾਂ ਰਹਿਤ ਕਰ ਦਿੱਤੀ, ਤਾਂ ਢੇਰ ਲੱਗਿਆ ਹੋਇਆ ਸੀ, ਖਾਣਾ ਪੈਣਾ ਸੀ ਤੈਨੂੰ। ਕਹਿੰਦਾ ਮਹਾਰਾਜ ਕਿਰਪਾ ਕਰੋ, ਤਰਸ ਕਰੋ। ਸਾਧੂ ਦਿਆਲੂ ਹੁੰਦੇ ਐ, ਮਹਾਂਪੁਰਖ ਤਰਸ ਕਰ ਲੈਂਦੇ ਐ।
ਕਹਿੰਦੇ ਚੰਗਾ ਫਿਰ ਤੈਨੂੰ ਇੱਕ ਕੰਮ ਦੱਸਦੇ ਆਂ, ਉਸ ਤਰੀਕੇ ਨਾਲ ਖਾ ਲਈ। ਕਿਵੇਂ ਜੀ? ਕਹਿੰਦੇ ਇਸ ਲਿੱਦ ਨੂੰ ਇੱਕ ਸੂਤੀ ਕੱਪੜੇ ਵਿੱਚ ਬੰਨ੍ਹ ਲੈ। ਸੂਤੀ ਕੱਪੜੇ 'ਚ ਬੰਨ੍ਹ ਲੈ। ਇਸ ਲਿੱਦ ਨੂੰ ਸੂਤੀ ਕੱਪੜੇ 'ਚ ਬੰਨ੍ਹ ਕੇ ਤੇ ਨਦੀ ਦੇ ਪਾਣੀ ਦੇ ਵਿੱਚ ਜਾ ਕੇ ਇਹਨੂੰ ਪਾਣੀ ਦੇ ਵਿੱਚ ਮਲ ਮਲ ਕੇ ਧੋ। ਇਹਦੇ ਵਿੱਚੋਂ ਬਦਬੂ ਨਿਕਲ ਜਾਏਗੀ, ਗੰਦਗੀ ਨਿਕਲ ਜਾਏਗੀ। ਜਿੰਨੀ ਕੁ ਉਸ ਕੱਪੜੇ ਦੇ ਵਿੱਚ ਵੱਜੀ ਹੋਈ ਲਿੱਦ ਬਚ ਜਾਏ, ਉਸ ਨੂੰ ਫਿਰ ਆਟੇ ਦੇ ਵਿੱਚ ਮਿਲਾ ਕੇ ਆਟੇ ਦੀਆਂ ਉਸ ਦੀਆਂ ਰੋਟੀਆਂ ਪਕਵਾ ਕੇ ਖਾ ਲਈ, ਤੇਰਾ ਕਰਮ ਭੁਗਤਿਆ ਜਾਊਗਾ। ਹੁਣ ਜਿਸ ਵੇਲੇ ਮਹਾਂਪੁਰਖਾਂ ਦੀ ਦੱਸੀ ਜੁਗਤੀ ਦੇ ਅਨੁਸਾਰ ਅਜੈ ਰਾਜਾ ਨੇ ਉਹ ਸਾਰਾ ਕੁਝ ਉਸੇ ਤਰ੍ਹਾਂ ਕਰਿਆ ਤੇ ਲਿੱਦ ਵਾਲੀਆਂ ਰੋਟੀਆਂ ਜਿਸ ਵੇਲੇ ਅਜੈ ਰਾਜਾ ਨੂੰ ਖਾਣੀਆਂ ਪਈਆਂ ਤਾਂ ਨਾਲੇ ਰੋਂਦਾ ਸੀ ਤੇ ਨਾਲੇ ਲਿੱਦ ਵਾਲੀਆਂ ਰੋਟੀਆਂ ਖਾਂਦਾ ਸੀ। ਬਾਣੀ ਦੇ ਵਿੱਚ ਮਹਾਰਾਜ ਨੇ ਲਿਖ ਦਿੱਤਾ, ਅਜੈ ਸੋ ਰੋਵੈ ਭਿਖਿਆ ਖਾਏ, ਐਸੀ ਦਰਗਹਿ ਮਿਲੈ ਸਜਾਏ। ਮਹਾਰਾਜ ਕਹਿੰਦੇ ਜੇ ਕਿਸੇ ਨੂੰ ਸ਼ੱਕ ਹੋਵੇ ਤਾਂ ਰਾਜਾ ਅਜੈ ਵੱਲ ਦੇਖ ਲਓ। ਆਪਣੀ ਦਿੱਤੀ ਹੋਈ ਭਿਖਿਆ ਆਪ ਨੂੰ ਜਦੋਂ ਖਾਣੀ ਪੈ ਗਈ ਤਾਂ ਫਿਰ ਰੋਂਦਾ ਸੀ। ਭਾਵ ਕਹਿਣ ਤੋਂ ਇਹ ਹੈ ਵੀ ਆਪ ਦਾ ਬੀਜਿਆ ਹੋਇਆ ਜਿਹੜਾ ਕਰਮ ਹੈ ਉਹ ਜ਼ਰੂਰ ਹੀ ਵੱਢਣਾ ਪੈਂਦਾ ਹੈ। ਤੇ ਨਿੰਦਿਆ ਕਰਕੇ ਦੂਜੇ ਦਾ ਕੀਤਾ ਹੋਇਆ ਕਰਮ ਜਿਹੜਾ ਆਪਾਂ ਕੀਤਾ ਵੀ ਨਹੀਂ, ਸਿਰਫ ਗੱਲ ਕਰਨ ਕਰਕੇ, ਨਿੰਦਿਆ ਕਰਨ ਕਰਕੇ ਹੀ ਅਗਲੇ ਦਾ ਕਰਮ ਸਾਡੇ ਸਿਰ ਆ ਗਿਆ, ਉਹਦਾ ਵੀ ਤਾਂ ਫਲ ਭੁਗਤਣਾ ਹੀ ਪੈਣਾ। ਭਾਈ ਗੁਰਦਾਸ ਜੀ ਲਿਖਦੇ ਨੇ, ਕਹਿੰਦੇ ਨਿੰਦਾ ਕਰ ਹਰਨਾਕ ਸੈ, ਵੇਖੋ ਫਫ ਵਟੈ, ਲੰਕ ਲੁਟਾਈ ਰਾਵਣੈ, ਮਸਤਕ 10 ਕੱਟੈ, ਕੰਸ ਗਿਆ ਸਣ ਲਸਕਰੈ, ਸਭ ਦੈਤ ਸੰਘਟੈ, ਵੰਸ ਵਧਾਇਆ ਕੈਰਵਾਂ, ਖੂਹਣ ਲੱਖ ਫਟੈ, ਦੰਤ 72 ਸਿਸਪਾਲ ਦੇ, ਦੰਤ ਹੋਏ ਖਟੈ, ਨਿੰਦਾ ਕੋਇ ਨਾ ਸਿਜਿਓ, ਇਉਂ ਵੇਦ ਉਗਟੈ, ਦੁਰਵਾਸੈ ਨੇ ਸਰਾਪ ਦੇ, ਜਾਦਵ ਸਭ ਤਟੈ। ਜਿਹਨੇ ਵੀ ਨਿੰਦਿਆ ਕਰੀ ਉਹਨੂੰ ਉਹਦਾ ਫਲ ਭੁਗਤਣਾ ਹੀ ਪਿਆ। ਸੋ ਇਸ ਤਰ੍ਹਾਂ ਨਾਲ ਸਾਧ ਸੰਗਤ ਜੀ ਮਹਾਂਪੁਰਖ ਸ਼ੁਭ ਉਪਦੇਸ਼ ਬਖਸ਼ਿਆ ਕਰਦੇ ਵੀ ਭਾਈ ਆਪਦੇ ਜਿਵੇਂ ਸ਼ੁਭ ਕਰਮ ਕਰਨੇ, ਅੰਮ੍ਰਿਤ ਵੇਲੇ ਉੱਠਣਾ, ਨਾਮ ਜਪਣਾ, ਸਿਮਰਨ ਕਰਨਾ, ਬਾਣੀ ਪੜ੍ਹਨੀ, ਸੇਵਾ ਕਰਨੀ, ਇਮਾਨਦਾਰੀ ਰੱਖਣੀ, ਇਹ ਸਾਰੀਆਂ ਗੱਲਾਂ ਜ਼ਰੂਰੀ ਨੇ। ਪਰ ਨਾਲ ਦੀ ਨਾਲ ਜਪਿਆ ਹੋਇਆ ਨਾਮ ਅੰਦਰ ਟਿਕ ਜਾਵੇ, ਜਪਿਆ ਹੋਇਆ ਨਾਮ ਅੰਦਰ ਪਚ ਜਾਵੇ, ਉਹਦੇ ਵਾਸਤੇ ਇਹ ਜ਼ਰੂਰੀ ਹੈ ਵੀ ਨਿੰਦਾ ਆਦਿਕ ਤੋਂ ਵੀ ਬਚ ਕੇ ਰਹਿਣਾ ਹੈ। ਨਿੰਦਾ ਆਦਿਕ ਤੋਂ ਹੁਣ ਜੇ ਕੋਈ ਕਵੇ ਵੀ ਮੈਂ 2 ਸੁਖਮਨੀ ਸਾਹਿਬ ਕਰ ਲਏ ਰੋਜ਼, 2 ਸੁਖਮਨੀ ਸਾਹਿਬ ਕਰਨ ਲਈ 2 ਘੰਟੇ ਲੱਗ ਗਏ, 3 ਘੰਟੇ ਲੱਗ ਗਏ, ਪਰ ਤੁਸੀਂ 10 ਮਿੰਟ ਕਿਸੇ ਦੀ ਨਿੰਦਿਆ ਕਰ ਲਓ, 3 ਘੰਟੇ ਲੱਗੇ ਹੋਏ ਗਏ ਖੂਹ ਖਾਤੇ। ਜੋ ਗੁਰਬਾਣੀ ਨੇ ਕਿਹਾ ਉਹ ਕੀਤਾ ਨਹੀਂ, ਉਹਦੇ ਅਨੁਸਾਰ ਚੱਲਿਆ ਨਹੀਂ। ਵਿਗੜੈ ਚਾਟਾ ਦੁੱਧ ਦਾ, ਕਾਂਜੀ ਦੀ ਚਫੇਟ। ਚਾਟੀ ਦੁੱਧ ਦੀ ਭਰੀ ਹੋਵੇ, ਉਹਦੇ ਵਿੱਚ ਮਾੜੀ ਜੀ ਖਟਿਆਈ ਡਿੱਗ ਪਵੇ, ਦੁੱਧ ਦੀ ਚਾਟੀ ਖਰਾਬ ਹੋ ਜਾਂਦੀ ਹੈ। ਜਿੰਨਾ ਦੁੱਧ ਹੈ ਉਨੀ ਖਟਿਆਈ ਦੀ ਲੋੜ ਨਹੀਂ ਹੈ। ਖਟਿਆਈ ਤਾਂ ਮਾੜੀ ਜਿਹੀ 2 ਤਿਵਕੇ ਹੀ ਬਹੁਤ ਨੇ, ਸਾਰੀ ਦੀ ਸਾਰੀ ਜਿਹੜੀ ਚਾਟੀ ਦੁੱਧ ਦੀ ਖਰਾਬ ਹੋ ਜਾਂਦੀ ਹੈ। ਵਿਗੜੈ ਚਾਟਾ ਦੁੱਧ ਦਾ, ਕਾਂਜੀ ਦੀ ਚਫੇਟ। ਇਸੇ ਤਰ੍ਹਾਂ ਜਪਿਆ ਹੋਇਆ ਨਾਮ, ਕੀਤਾ ਹੋਇਆ ਸਿਮਰਨ, ਜਦੋਂ ਕਿਸੇ ਦੀ ਨਿੰਦਿਆ ਕਰਦੇ ਆ, ਜਦੋਂ ਕਿਸੇ ਦੀਆਂ ਬਦਖੋਈਆਂ ਕਰਦੇ ਆ ਬਿਨਾਂ ਕਾਰਨ ਤੋਂ, ਸਾਨੂੰ ਅਸਲੀਅਤ ਦਾ ਕੋਈ ਗਿਆਨ ਨਹੀਂ ਹੁੰਦਾ, ਕੋਈ ਪਤਾ ਹੀ ਨਹੀਂ ਹੁੰਦਾ ਵੀ ਸੱਚ ਕੀ ਹੈ ਤੇ ਝੂਠ ਕੀ ਹੈ। ਤੇ ਉਸ ਵੇਲੇ ਫਿਰ ਉਹ ਜੋ ਕੀਤੇ ਹੋਏ ਅਗਲੇ ਦੇ ਕਰਮ ਨੇ ਉਹ ਸਾਡੇ ਸਿਰ ਆ ਜਾਂਦੇ। ਸੋ ਇਸ ਤਰ੍ਹਾਂ ਮਹਾਂਪੁਰਸ਼ ਹਮੇਸ਼ਾ ਉਪਦੇਸ਼ ਦਿਆ ਕਰਦੇ ਸੀ, ਭਾਈ ਨਾਮ ਜਪਣਾ ਵੀ ਜ਼ਰੂਰੀ ਤੇ ਜਪਿਆ ਹੋਇਆ ਨਾਮ ਅੰਦਰ ਟਿਕਣਾ ਵੀ ਜ਼ਰੂਰੀ ਹੈ। ਸੋ ਇਸ ਤਰ੍ਹਾਂ ਨਾਲ ਆਪ ਜੀ ਸਰਵਣ ਕਰਦੇ ਆ ਰਹੇ ਹੋ ਵੀ ਸੰਤ ਜੀ ਮਹਾਰਾਜ ਦਾ ਸਾਰੇ ਸਾਧੂਆਂ ਦੇ ਨਾਲ ਬਹੁਤ ਮਿਲਾਪ ਹੁੰਦਾ ਸੀ। ਇੱਕ ਮਹਾਂਪੁਰਸ਼ ਹੋਏ ਨੇ ਜੀ ਸੰਤ ਬਾਬਾ ਅਜੀਤ ਸਿੰਘ ਜੀ, ਨਥਮਲਪੁਰ ਮਰਿੰਡੇ ਦੇ ਕੋਲ ਪਿੰਡ ਪੈਂਦਾ ਜੀ, ਇਹ ਰੋਪੜ ਦੇ ਲਾਗੇ। ਨਥਲਪੁਰ ਵਾਲੇ ਮਹਾਂਪੁਰਖ ਸੰਤ ਬਾਬਾ ਅਜੀਤ ਸਿੰਘ ਜੀ ਸੋ ਆਪਣੇ ਹਲਕੇ ਦੇ ਵਿੱਚ ਹੀ ਰਹਿੰਦੇ ਸੀ
ਬਾਬਾ ਜੀ ਨੇ ਆਪਣੇ ਘਰ ਵਿੱਚ ਹੀ ਰਹਿ ਕੇ ਗੁਰਸਿੱਖੀ ਦੇ ਉਪਦੇਸ਼ ਨੂੰ ਕਮਾ ਕੇ ਪੂਰਨ ਗੁਰਸਿੱਖੀ ਦੀ ਅਵਸਥਾ ਨੂੰ ਪ੍ਰਾਪਤ ਕਰਿਆ। ਉਹਨਾਂ ਦੇ ਜੀਵਨ ਦੇ ਵਿੱਚ ਆਹ ਬਚਨ ਜਿਹੜੇ ਭਾਈ ਗੁਰਦਾਸ ਜੀ ਦੇ ਪੂਰੇ ਢਲਦੇ ਸੀ। ਪਿਛਲ ਰਾਤੀ ਜਾਗਣਾ, ਨਾਮਦਾਨ ਇਸਨਾਨ ਦ੍ਰਿੜਾਏ, ਮਿੱਠਾ ਬੋਲਣ ਨਿਵ ਚੱਲਣ, ਹੱਥੋਂ ਦੇ ਕੇ ਭਲਾ ਮਨਾਏ। ਥੋੜਾ ਸਵਣਾ ਖਾਵਣਾ, ਥੋੜਾ ਬੋਲਣ ਗੁਰਮਤਿ ਪਾਏ, ਘਾਲ ਖਾਏ ਸੁਕ੍ਰਿਤ ਕਰੈ, ਵੱਡਾ ਹੋਏ ਨਾ ਆਪ ਗਣਾਏ। ਸਾਧ ਸੰਗਤ ਮਿਲ ਗਾਵੰਦੇ, ਰਾਤ ਦਿਹੈ ਨਿਤ ਚਲ ਚਲ ਜਾਏ। ਸ਼ਬਦ ਸੁਰਤ ਪਰਚਾ ਕਰੈ, ਸਤਿਗੁਰ ਪਰਚੈ ਮਨ ਪਰਚਾਏ। ਆਸਾ ਵਿੱਚ ਨਿਰਾਸ ਵਲਾਏ। ਗੁਰਸਿੱਖੀ ਦੇ ਜਿਹੜੇ ਗੁਣ ਨੇ, ਗੁਰਸਿੱਖੀ ਤੋਂ ਭਾਵ ਸਿਰਫ ਕੱਲਾ ਪਹਿਰਾਵਾ ਨਹੀਂ ਹੈ ਸਾਧ ਸੰਗਤ ਜੀ, ਕੱਲਾ ਭੇਖ ਨਹੀਂ ਹੈ, ਬਾਣਾ ਵੀ ਜ਼ਰੂਰੀ ਹੈ, ਨਾਲ ਗੁਣ ਵੀ ਜ਼ਰੂਰੀ ਨੇ, ਜਿਨ੍ਹਾਂ ਨੂੰ ਮਹਾਰਾਜ ਨੇ ਰਹਿਤਨਾਮਿਆਂ 'ਚ ਕਿਹਾ, ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੀਂ। ਵੀ ਸਾਨੂੰ ਤਾਂ ਰਹਿਤ ਪਿਆਰੀ ਹੈ, ਵੀ ਸਿੱਖ ਨਹੀਂ ਪਿਆਰਾ। ਰਹਿਤ ਨੂੰ ਜ਼ਰੂਰੀ ਦੱਸਿਆ ਹੈ। ਸੋ ਇਸ ਤਰ੍ਹਾਂ ਨਾਲ ਇਹ ਜਿਤਨੇ ਗੁਣ ਭਾਈ ਗੁਰਦਾਸ ਜੀ ਨੇ ਲਿਖੇ ਨੇ ਗੁਰਸਿੱਖੀ ਦੇ ਗੁਣ ਹਨ। ਗੁਰਸਿੱਖੀ ਦਾ ਬੋਲਣਾ ਹੋਏ ਮਿੱਠ ਬੋਲਾ, ਲਿਖੈ ਨਾ ਲਿਖੈ। ਗੁਰਸਿੱਖੀ ਦਾ ਚੱਲਣਾ ਚੱਲੈ ਭੈ ਵਿੱਚ ਲੀਤੇ ਭੇਖੈ। ਗੁਰਸਿੱਖੀ ਦਾ ਰਾਹ ਇਹੋ, ਗੁਰਮੁਖ ਚਾਲ ਚੱਲੈ ਸੋ ਦੇਖੈ। ਘਾਲ ਖਾਏ ਸੇਵਾ ਕਰੈ, ਗੁਰ ਉਪਦੇਸ਼ ਅਵੇਸ ਵਿਸੇਖੈ। ਮੁਰਦੇ ਵਾਂਗ ਮੁਰੀਦ ਹੋਏ, ਗੁਰ ਗੋਰੀ ਵੜ ਅਲਖ ਅਲੇਖੈ। ਸਿੱਖ ਨੇ ਜੇ ਗੁਰੂ ਵਿੱਚ ਅਭੇਦ ਹੋਣਾ, ਸਿੱਖ ਨੇ ਜੇ ਗੁਰੂ ਵਿੱਚ ਸਮਾਉਣਾ, ਤਾਂ ਸਿੱਖ ਦੇ ਵਿੱਚ ਇਹ ਗੁਣ ਗੁਰੂ ਮਹਾਰਾਜ ਦੇ ਦੱਸੇ ਹੋਏ ਹੋਣੇ ਚਾਹੀਦੇ ਆ। ਸਾਡੇ ਮਹਾਂਪੁਰਸ਼ ਹਮੇਸ਼ਾ ਇਹ ਬਚਨ ਕਰਦੇ ਹੁੰਦੇ ਐ ਬਈ ਪਾਣੀ ਦੇ ਵਿੱਚ ਪਾਣੀ ਮਿਲ ਕੇ ਇੱਕ ਹੋ ਸਕਦਾ ਹੈ, ਪਰ ਜੇ ਕੋਈ ਕਵੇ ਵੀ ਪਾਣੀ ਦੇ ਵਿੱਚ ਤੇਲ ਨੂੰ ਮਿਲਾਉਣਾ, ਉਹ ਜਿੰਨਾ ਮਰਜ਼ੀ ਫੈਂਟ ਲਓ, ਜਿੰਨਾ ਮਰਜ਼ੀ ਰਿੜਕ ਲਓ, ਜਿੰਨਾ ਮਰਜ਼ੀ ਮਿਲਾਉਣ ਦਾ ਯਤਨ ਕਰੋ, ਪਾਣੀ ਦੇ ਵਿੱਚ ਤੇਲ ਨਹੀਂ ਕਦੇ ਵੀ ਮਿਲ ਸਕਦਾ। ਪਾਣੀ ਵਿੱਚ ਪਾਣੀ ਮਿਲ ਸਕਦਾ ਹੈ। ਪਰਮੇਸ਼ਰ ਵਿੱਚ, ਗੁਰੂ ਮਹਾਰਾਜ ਵਿੱਚ ਸਿੱਖ ਉਦੋਂ ਅਭੇਦ ਹੋਏਗਾ ਜਦੋਂ ਸਿੱਖ ਦੇ ਵਿੱਚ ਗੁਰੂ ਮਹਾਰਾਜ ਦੇ ਦੱਸੇ ਹੋਏ ਗੁਣ ਆ ਜਾਣਗੇ। ਜਿੰਨਾ ਚਿਰ ਉਹ ਗੁਣ ਨਹੀਂ ਪੈਦਾ ਹੋਏ, ਉਨਾ ਚਿਰ ਅਭੇਦਤਾ ਨਹੀਂ ਹੋ ਸਕਦੀ। ਸੋ ਇਹ ਸਾਰੇ ਗੁਣ ਮਹਾਰਾਜ ਨੇ ਦੱਸੇ ਨੇ ਸਿੱਖ ਦੇ ਵਿੱਚ ਜਿਹੜੇ ਹੋਣੇ ਚਾਹੀਦੇ ਆ। ਸੋ ਬਾਬਾ ਅਜੀਤ ਸਿੰਘ ਜੀ ਨਥਲਪੁਰ ਵਾਲੇ ਮਹਾਂਪੁਰਖ, ਇਹ ਉਪਰੋਕਤ ਜਿੰਨੇ ਗੁਣ ਦੱਸੇ ਐ, ਇਹ ਸਾਰੇ ਉਹਨਾਂ ਦੇ ਜੀਵਨ ਵਿੱਚ ਢੁਕਦੇ ਸੀ, ਘਟਦੇ ਸੀ। ਪੂਰਨ ਗਿਆਨਵਾਨ ਹੁੰਦੇ ਹੋਏ ਵੀ ਘਰ ਵਿੱਚ ਹੀ ਰਹਿੰਦੇ, ਨਿਰਲੇਪ ਰਹਿੰਦੇ ਸੀ। ਜਿਵੇਂ ਗੁਰੂ ਅਰਜਨ ਦੇਵ ਮਹਾਰਾਜ ਸੁਖਮਨੀ ਸਾਹਿਬ ਜੀ ਕਹਿੰਦੇ ਨੇ, ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਅਲੇਪ। ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂਰ ਸਰਬ ਕਾ ਸੋਖ। ਬ੍ਰਹਮ ਗਿਆਨੀ ਕਾ ਦ੍ਰਿਸ਼ਟ ਸਮਾਨ, ਜੈਸੇ ਰਾਜ ਰੰਗ ਕੋ ਲਾਗੇ ਤੁਲ ਪਵਾਨ। ਬ੍ਰਹਮ ਗਿਆਨੀ ਕਾ ਧੀਰਜ ਏਕ, ਜਿਉ ਬਸੁਦਾ ਕੋਉ ਖੋਦੈ ਕੋਉ ਚੰਦਨ ਲੇਪ। ਬ੍ਰਹਮ ਗਿਆਨੀ ਕਾ ਇਹ ਗੁਨਾਓ, ਨਾਨਕ ਜਿਉ ਪਾਵਕ ਕਾ ਸਹਿਜ ਸੁਭਾਓ। ਐਸੇ ਬ੍ਰਹਮ ਗਿਆਨੀ ਦੇ ਗੁਣਾਂ ਵਾਲੇ ਬਾਬਾ ਅਜੀਤ ਸਿੰਘ ਜੀ ਮਹਾਰਾਜ ਸਨ। ਆਪ ਜੀ ਦੀ ਗ੍ਰਸਤੀਆਂ ਵਾਲੀ ਬੜੀ ਸਾਦੀ ਕਿਰਿਆ ਸੀ। ਆਮ ਲੋਕੀ ਜਾਣ ਨਹੀਂ ਸੀ ਸਕਦੇ ਵੀ ਇਹ ਬ੍ਰਹਮ ਗਿਆਨੀ ਮਹਾਂਪੁਰਸ਼ ਆ। ਲੇਕਿਨ ਜਿਸ ਤਰ੍ਹਾਂ ਚਮੇਲੀ ਦੀ ਵਾਸ਼ਨਾ ਜਿਹੜੀ ਹੁੰਦੀ ਹੈ, ਸਾਰੀ ਫੈਲ ਜਾਂਦੀ ਹੈ, ਸਾਰਾ ਬਾਗ ਹੀ ਮਹਿਕ ਉੱਠਦਾ ਹੈ। ਚੰਗਾ ਵਧੀਆ ਅਤਰ ਜਿਹੜਾ ਸੈਂਟ ਹੁੰਦਾ ਹੈ, ਉਹ ਆਪਣੀ ਵਾਸ਼ਨਾ ਸਾਰੇ ਪਾਸੇ ਖਿਲਾਰ ਦਿੰਦਾ, ਉਹਨੂੰ ਦੱਸਣਾ ਨਹੀਂ ਪੈਂਦਾ। ਨਰਗਸ ਦਾ ਬੂਟਾ ਸਾਰੇ ਬਾਗ ਨੂੰ ਸੁਹਾਵਣਾ ਬਣਾ ਦਿੰਦਾ ਹੈ। ਇਸੇ ਤਰ੍ਹਾਂ ਬਾਬਾ ਅਜੀਤ ਸਿੰਘ ਜੀ ਦੀ ਭਗਤੀ ਦੀ ਮਹਿਕ ਸਾਰੇ ਦੇਸ਼ ਵਿੱਚ ਖਿਲਰ ਗਈ। ਆਪ ਜੀ ਦਾ ਖਾਣਾ ਬੜਾ ਸਤੋਗੁਣੀ ਸੀ, ਬਹੁਤ ਸੰਖੇਪ ਥੋੜਾ ਜਿਹਾ ਛਕਦੇ ਸੀ, ਬਹੁਤ ਸਾਦਾ ਭੋਜਨ ਸੀ, ਚਾਹ ਵੀ ਨਹੀਂ ਸੀ ਛਕਦੇ। ਆਪਣੇ ਸਤਸੰਗੀਆਂ ਨੂੰ ਵੀ ਬਹੁਤ ਸਾਦਗੀ ਦਾ ਭੋਜਨ ਖਾਣ ਦਾ ਹੀ ਉਪਦੇਸ਼ ਕਰਦੇ ਹੁੰਦੇ ਸੀ। ਆਪ ਜੀ ਦੇ ਸ਼ਿਸ਼ ਸੰਤ ਪ੍ਰੀਤਮ ਸਿੰਘ ਤੇ ਸੰਤ ਜੀਤ ਸਿੰਘ ਬੜੇ ਗੁਰਮੁਖ ਹੋਏ ਹਨ। ਇੱਕ ਦਿਨ ਐਸਾ ਸਮਾਂ ਆਇਆ ਕਿ ਸੰਤ ਮਹਾਰਾਜ ਜੀ, ਬਾਬਾ ਜਵਾਲਾ ਸਿੰਘ ਜੀ, ਸੰਤ ਮਹਿੰਦਰ ਸਿੰਘ ਜੀ ਅਤੇ ਬਾਬਾ ਦੀਦਾਰ ਸਿੰਘ ਜੀ ਤੋਂ
ਆਪਣੇ ਸਾਥੀਆਂ ਸਮੇਤ ਬਾਬਾ ਜੀ ਦੇ ਪਿੰਡ ਨਥਲਪੁਰ ਚਲੇ ਗਏ। ਬੜੇ ਪ੍ਰੇਮ ਨਾਲ ਦੋਨੋਂ ਮਹਾਂਪੁਰਸ਼ ਮਿਲੇ। ਆਪਣੇ ਸੁਭਾਅ ਅਨੁਸਾਰ ਸੰਤ ਮਹਾਰਾਜ ਬਾਬਾ ਜਵਾਲਾ ਸਿੰਘ ਜੀ ਨੇ ਬੜੀ ਫੁਰਤੀ ਦੇ ਨਾਲ ਬਾਬਾ ਅਜੀਤ ਸਿੰਘ ਜੀ ਦੇ ਚਰਨਾਂ ਪਰ ਨਮਸਕਾਰ ਕੀਤੀ। ਬਾਬਾ ਅਜੀਤ ਸਿੰਘ ਜੀ ਇਹ ਦੇਖ ਕੇ ਬੜੇ ਵਿਰਾਗ ਦੇ ਵਿੱਚ ਆਏ ਵੀ ਇੰਨੀ ਕਮਾਈ ਵਾਲੇ ਐਸੇ ਸਾਧੂ ਮਹਾਂਪੁਰਖ ਤੇ ਸਾਨੂੰ ਮੱਥਾ ਟੇਕ ਰਹੇ ਆ। ਬੜਾ ਵਿਰਾਗ ਉਸ ਵੇਲੇ ਕੀਤਾ। ਫਿਰ ਇੱਕ ਛਾਇਆਦਾਰ ਦਰਖਤ ਦੀ ਨੀਚੇ ਮਹਾਂਪੁਰਸ਼ ਬੈਠ ਗਏ। ਸੰਤਾਂ ਦੇ ਸਾਥੀ ਵੀ ਸਾਰੇ ਸ਼ਾਂਤ ਰਸ ਵਿੱਚ ਮੱਥਾ ਟੇਕ ਕੇ ਯੋਗ ਸਥਾਨ ਤੇ ਬੈਠ ਗਏ। ਫਿਰ ਅਚਰਜਤਾ ਇੱਕ ਇਹ ਦੇਖਣ ਵਿੱਚ ਆਈ ਕਿ ਸੰਤ ਜੀ ਮਹਾਰਾਜ ਤਾਂ ਆਪਣੀ ਆਦਤ ਅਨੁਸਾਰ ਜਿਵੇਂ ਮਹਾਰਾਜ ਜੀ ਬੈਠਦੇ ਹੁੰਦੇ ਸੀ ਗੋਡੇ ਖੜੇ ਕਰਕੇ ਤੇ ਇਸ ਤਰ੍ਹਾਂ ਗੋਡਿਆਂ ਦੇ ਉੱਤੇ ਆਪਣਾ ਮੁਖ ਕਰ ਲੈਣਾ, ਹੇਠਾਂ ਨੂੰ ਝੁਕਾ ਕੇ ਇਸ ਤਰ੍ਹਾਂ ਚੁੱਪ ਕਰਕੇ ਸਮਾਧੀ ਵਿੱਚ ਜੁੜ ਬੈਠੇ। ਬਾਬਾ ਜੀ ਵੀ ਆਪਣੀ ਸਮਾਧੀ ਵਿੱਚ ਬੈਠ ਗਏ। ਅੱਧਾ ਘੰਟਾ ਬੀਤ ਗਿਆ, ਨਾ ਸੰਤ ਮਹਾਰਾਜ ਜਵਾਲਾ ਸਿੰਘ ਜੀ ਨੇ ਕੋਈ ਬਚਨ ਕੀਤਾ, ਨਾ ਬਾਬਾ ਅਜੀਤ ਸਿੰਘ ਜੀ ਨੇ ਕੋਈ ਬਚਨ ਕੀਤਾ। ਅੱਧੇ ਘੰਟੇ ਤੋਂ ਬਾਅਦ ਸੰਤਾਂ ਨੇ ਬਾਬਾ ਜੀ ਨੂੰ ਨਮਸਕਾਰ ਕੀਤੀ ਤੇ ਬਾਬਾ ਜੀ ਨੇ ਸੰਤਾਂ ਨੂੰ ਨਮਸਕਾਰ ਕਰ ਦਿੱਤੀ। ਫਿਰ ਸੰਤ ਮਹਾਰਾਜ ਆਪਣੇ ਸਾਥੀਆਂ ਸਮੇਤ ਵਾਪਸ ਆ ਗਏ। ਸੰਤਾਂ ਨੂੰ ਰਸਤੇ ਵਿੱਚ ਆਉਂਦਿਆਂ ਬਾਬਾ ਦੀਦਾਰ ਸਿੰਘ ਜੀ ਪੁੱਛਣ ਲੱਗੇ, ਮਹਾਰਾਜ ਇੱਥੇ ਆਉਣ ਦਾ ਫਾਇਦਾ ਕੀ ਹੋਇਆ? ਆਪ ਜੀ ਨੇ ਬਾਬਿਆਂ ਨਾਲ ਕੋਈ ਗੱਲਬਾਤ ਤਾਂ ਕੀਤੀ ਨਹੀਂ। ਸੰਤਾਂ ਨੇ ਉੱਤਰ ਦਿੱਤਾ, ਬਈ ਅਸੀਂ ਗੱਲਬਾਤ ਸੰਸਾਰੀ ਬੰਦਿਆਂ ਵਾਂਗ ਉੱਚੀ ਬੋਲ ਕੇ ਥੋੜੋ ਕਰਨੀ ਸੀ। ਅਸੀਂ ਤਾਂ ਜੋ ਬਚਨ ਕਰਨਾ ਸੀ ਗੁਪਤ ਤੌਰ ਤੇ ਅੰਤਰ ਆਤਮੇ ਸਮਾਧੀ ਵਿੱਚ ਹੀ ਕਰ ਲਿਆ। ਸਾਨੂੰ ਬੋਲ ਕੇ ਬਚਨ ਕਰਨ ਦੀ ਲੋੜ ਹੀ ਨਹੀਂ ਸੀ ਉੱਥੇ। ਇਸੇ ਤਰ੍ਹਾਂ ਫੇਰ ਵੀ ਕਈ ਵਾਰੀ ਮਹਾਂਪੁਰਸ਼ ਆਉਂਦੇ, ਆਪਣੇ ਅਗੰਮੀ ਬਚਨ ਸਮਾਧੀ ਵਿੱਚ ਹੀ ਕਰਦੇ। ਬਾਬਾ ਬੂਟੇ ਸ਼ਾਹ ਜੀ ਦਾ ਬਹੁਤ ਵਾਰੀ ਜ਼ਿਕਰ ਪਿਛਲੇ ਦਿਨਾਂ ਵਿੱਚ ਆਪ ਜੀ ਨੇ ਸਰਵਣ ਕੀਤਾ ਹੈ। ਸੰਤ ਜੀ ਮਹਾਰਾਜ ਇੱਕ ਵਾਰੀ ਸੰਗਤ ਨੂੰ ਕਹਿਣ ਲੱਗੇ, ਚਲੋ ਤੁਹਾਨੂੰ ਸੰਤਾਂ ਦੇ ਦਰਸ਼ਨ ਕਰਾ ਕੇ ਲਿਆਈਏ। ਤੇ ਟਾਂਡੇ ਗਏ ਤੇ ਜਿਸ ਵੇਲੇ ਉੱਥੇ ਜਾ ਕੇ ਬਾਬਾ ਬੂਟੇ ਸ਼ਾਹ ਜੀ ਨੂੰ ਨਮਸਕਾਰ ਕੀਤੀ ਤੇ ਮਹਾਂਪੁਰਸ਼ ਕੰਧ ਵੱਲ ਨੂੰ ਮੂੰਹ ਕਰਕੇ ਬਹਿ ਗਏ। ਸੰਤ ਬੂਟੇ ਸ਼ਾਹ ਜੀ ਤੇ ਬਾਬਾ ਜਵਾਲਾ ਸਿੰਘ ਜੀ ਵੱਲ ਨੂੰ ਪਿੱਠ ਕਰ ਲਈ। ਬੈਠੇ ਰਹੇ ਅੱਧਾ ਘੰਟਾ, ਘੰਟਾ 2 ਘੰਟੇ ਲੰਘ ਗਏ। ਨਾ ਉਹਨਾਂ ਨੇ ਇੱਧਰ ਨੂੰ ਮੂੰਹ ਘੁਮਾਇਆ, ਨਾ ਕੋਈ ਗੱਲਬਾਤ ਕੀਤੀ। ਬੈਠੇ ਰਹੇ। 2 ਘੰਟੇ ਤੋਂ ਬਾਅਦ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਮੱਥਾ ਟੇਕ ਕੇ ਸੰਗਤ ਨੂੰ ਕਹਿੰਦੇ, ਚਲੋ ਬਈ ਚੱਲੀਏ। ਤੁਰ ਪਏ। ਸੇਵਾਦਾਰ ਪੁੱਛਦੇ, ਕਹਿੰਦੇ ਮਹਾਰਾਜ ਕੀ ਫਾਇਦਾ ਹੋਇਆ ਆਉਣ ਦਾ? ਬਚਨ ਤਾਂ ਕੋਈ ਹੋਇਆ ਹੀ ਨਹੀਂ। ਕਹਿੰਦੇ ਵੀ ਇੰਨੇ ਇਲਾਹੀ ਬਚਨ, ਐਸਾ ਉਪਦੇਸ਼ ਤਾਂ ਕਦੇ ਮਿਲਿਆ ਹੀ ਨਹੀਂ ਜੈਸਾ ਉਪਦੇਸ਼ ਬਾਬਾ ਜੀ ਨੇ ਦਿੱਤਾ ਅੱਜ। ਕਹਿੰਦੇ ਮਹਾਰਾਜ ਕੰਧ ਵੱਲ ਨੂੰ ਮੂੰਹ ਕਰਕੇ ਬਹਿ ਗਏ, ਬਾਬਿਆਂ ਨੇ ਤਾਂ ਗੱਲ ਹੀ ਕੋਈ ਨਹੀਂ ਕੀਤੀ ਤੇ ਸਾਨੂੰ ਤਾਂ ਪਤਾ ਨਹੀਂ ਲੱਗਿਆ ਉਪਦੇਸ਼ ਕਿਹੜਾ ਦਿੱਤਾ, ਤੇ ਇਸ ਕਰਕੇ ਸਾਡੇ ਤੇ ਕਿਰਪਾ ਕਰੋ, ਸਾਨੂੰ ਦੱਸੋ ਜੀ ਕੀ ਉਪਦੇਸ਼ ਸੀ। ਤਾਂ ਸੰਤ ਜਵਾਲਾ ਸਿੰਘ ਜੀ ਕਹਿਣ ਲੱਗੇ, ਬਾਬਾ ਬੂਟੇ ਸ਼ਾਹ ਜੀ ਨੇ ਸਾਨੂੰ ਇਹ ਗੱਲ ਕਹੀ ਹੈ ਵੀ ਜੇ ਰੱਬ ਦੇ ਨੇੜੇ ਜਾਣਾ ਤੇ ਜੱਗ ਵੱਲ ਨੂੰ ਪਿੱਠ ਕਰਨੀ ਪੈਣੀ ਹੈ। ਉਹਨਾਂ ਨੇ ਪਿੱਠ ਕਰਕੇ ਸਾਨੂੰ ਇਹ ਉਪਦੇਸ਼ ਦੇ ਦਿੱਤਾ। ਰੱਬ ਦੇ ਨੇੜੇ ਜਾਣ ਵਾਲੇ ਨੂੰ ਜੱਗ ਵੱਲ ਨੂੰ ਪਿੱਠ ਕਰਨੀ ਪੈਂਦੀ ਹੈ। ਸੋ ਇਸ ਤਰ੍ਹਾਂ ਨਾਲ ਜੋ ਸਾਧ ਸੰਗਤ ਜੀ ਰੱਬ ਦੇ ਪਿਆਰਿਆਂ ਦੀ ਖੇਡ ਹੁੰਦੀ ਹੈ, ਇਹ ਅਗੰਮੀ ਹੁੰਦੀ ਹੈ। ਇੱਥੇ ਨਾ ਕੋਈ ਕਿੰਤੂ ਕੀਤਾ ਜਾ ਸਕਦਾ ਹੈ, ਨਾ ਕੋਈ ਸ਼ੰਕਾ ਕੀਤੀ ਜਾ ਸਕਦੀ ਹੈ। ਤੇ ਇਹਨੂੰ ਸਮਝੇ ਵੀ ਉਹੀ ਜਿਹਨੂੰ ਉਹ ਜਣਾ ਦੇਵੇ, ਜਿਹਨੂੰ ਉਹ ਸਮਝਾ ਦੇਵੇ। ਜਿਸਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਬਖਾਣੈ। ਦੂਜਾ ਤਾਂ ਜਾਣ ਹੀ ਨਹੀਂ ਸਕਦਾ, ਦੂਜਾ ਤਾਂ ਸਮਝ ਹੀ ਨਹੀਂ ਸਕਦਾ, ਦੂਜੇ ਭਾਅ ਦਾ ਤਾਂ ਇਹ ਕੁਛ ਵੀ ਨਹੀਂ ਹੈ। ਸੋ ਇਸ ਤਰ੍ਹਾਂ ਨਾਲ ਹੋਰ ਵੀ ਅਨੇਕਾਂ ਸਾਧੂ ਸੰਤਾਂ ਮਹਾਂਪੁਰਖਾਂ ਦੇ ਨਾਲ ਸੰਤ ਜੀ ਮਹਾਰਾਜ ਦਾ ਬਹੁਤ ਮੇਲ ਮਿਲਾਪ ਹੁੰਦਾ ਸੀ। ਇੱਕ ਬਾਬਾ ਅਮਰ ਸਿੰਘ ਜੀ, ਜਿਨ੍ਹਾਂ ਨੂੰ ਜ਼ਿਆਦਾਤਰ ਰੰਗੀ ਰਾਮ ਕਹਿ ਕੇ ਸੰਗਤਾਂ ਬੁਲਾਉਂਦੀਆਂ, ਗੜ੍ਹਦੀ ਵਾਲੇ ਦੇ ਹਲਕੇ ਦੇ ਵਿੱਚ ਰਿਹਾ ਕਰਦੇ ਸੀ। ਆਪ ਜੀ ਪਹਿਲਾਂ ਸਿੱਖ ਰੈਜੀਮੈਂਟ ਦੇ ਵਿੱਚ ਨੌਕਰੀ ਕਰਦੇ ਸੀ। ਪਹਿਲਾਂ ਤੋਂ ਹੀ ਸਤਸੰਗੀ ਸੁਭਾਅ ਸੀ।
ਹਮੇਸ਼ਾ ਹੀ ਪਲਟਣ ਦੇ ਵਿੱਚ ਵੀ ਸਤਸੰਗ ਕਰਨਾ, ਗੁਰਦੁਆਰੇ ਦੀ ਸੇਵਾ ਕਰਨੀ। ਆਪ ਜੀ ਦਾ ਨਾਮ ਸਾਰਿਆਂ ਵਿੱਚੋਂ ਮੁਖੀ ਚੁਣਿਆ ਜਾਂਦਾ ਸੀ ਵੀ ਇਹ ਸੇਵਾ ਬਹੁਤ ਕਰਦੇ ਆ। ਆਪ ਜੀ ਦੇ ਸਮੇਤ 20-22 ਸਿੰਘਾਂ ਨੂੰ ਵੈਰਾਗ ਪੈਦਾ ਹੋਇਆ। ਚਿੱਤ ਵਿੱਚ ਇਹ ਗੱਲ ਦ੍ਰਿੜ ਇਰਾਦੇ ਨਾਲ ਬੈਠ ਗਈ ਵੀ ਸੰਸਾਰ ਹੈ ਹੀ ਦੁੱਖਾਂ ਦੀ ਖਾਨ। ਜਿੰਨਾ ਚਿਰ ਇਸ ਵਿੱਚ ਜੀਂਦੇ ਰਹੋ ਉਨਾ ਚਿਰ ਦੁੱਖ ਨਹੀਂ ਮੁੱਕ ਸਕਦੇ। ਇਹ ਸੰਸਾਰ ਬੜਾ ਭਾਰੀ ਖਲਜਗਨ ਹੈ। ਇਸ ਵਿੱਚ ਇਉਂ ਹੀ ਬਣਿਆ ਰਹਿੰਦਾ, ਕਦੇ ਪੁੱਤਰ ਨਹੀਂ ਮਿਲਿਆ ਤੇ ਤਾਂ ਦੁਖੀ, ਪੁੱਤਰ ਹੋ ਗਿਆ, ਨਲਾਇਕ ਨਿਕਲ ਗਿਆ ਤਾਂ ਦੁਖੀ। ਇਹ ਦੁੱਖ ਸੁੱਖ ਇਸੇ ਤਰ੍ਹਾਂ ਇਹਨਾਂ ਦੇ ਬਣੇ ਰਹਿਣੇ ਸੰਸਾਰੀ ਲੋਕਾਂ ਦੇ। ਇਹਨਾਂ ਦੁੱਖਾਂ ਦਾ ਕੋਈ ਅੰਦਾਜ਼ਾ ਨਹੀਂ ਲਾ ਸਕਦਾ। ਅਗਿਆਨਤਾ ਦੁਆਰਾ ਹਰ ਸੋਗ ਬਣਿਆ ਹੀ ਰਹਿੰਦਾ ਹੈ। ਇਸ ਅਗਿਆਨਤਾ ਨੂੰ ਦੂਰ ਕਰਨ ਵਾਸਤੇ ਕਿਸੇ ਪੂਰਨ ਬ੍ਰਹਮ ਗਿਆਨੀ ਦੀ ਕਿਰਪਾ ਦਾ ਪਾਤਰ ਬਣਨਾ ਬਹੁਤ ਜ਼ਰੂਰੀ ਹੈ। ਇਹਨਾਂ ਸਾਰੇ 20-22 ਸੱਜਣਾਂ ਨੇ ਵਿਚਾਰ ਕੀਤੀ ਕਿ ਪੂਰਨ ਬ੍ਰਹਮ ਗਿਆਨੀ ਅੱਜ ਦੇ ਸੰਸਾਰ ਵਿੱਚ ਕੌਣ ਹੋਵੇਗਾ। ਇੱਕ ਸੱਜਣ ਨੇ ਕਿਹਾ ਕਿ ਮਹਾਰਾਜ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ ਪੂਰਨ ਹਨ। ਹੋਰ 2-4 ਸੱਜਣਾਂ ਨੇ ਅਲੱਗ-ਅਲੱਗ ਮਹਾਂਪੁਰਖਾਂ ਦਾ ਨਾਮ ਲਿਆ, ਪਰ ਇੱਕ ਗੁਰਸਿੱਖ ਜੋ ਸੁਖਮਨੀ ਸਾਹਿਬ ਦਾ ਨਿਤਨੇਮੀ ਸੀ, ਉਹਨਾਂ ਨੇ ਸਾਰਿਆਂ ਦੇ ਵਿੱਚ ਸੁਖਮਨੀ ਸਾਹਿਬ ਦੀ 8ਵੀਂ ਅਸ਼ਟਪਦੀ ਵਿੱਚੋਂ ਤੁਕ ਉਚਾਰ ਕੇ ਨਿਰਣਾ ਕੀਤਾ। ਤੁਕ ਕੀ ਸੀ? ਬ੍ਰਹਮ ਗਿਆਨੀ ਸਦਾ ਸਮਦਰਸੀ, ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ। ਸਾਰਿਆਂ ਦਾ ਇਹ ਸਿੱਟਾ ਨਿਕਲਿਆ ਕਿ ਜਿਸ ਮਹਾਂਪੁਰਸ਼ ਦੀ ਦ੍ਰਿਸ਼ਟੀ ਵਿੱਚ ਅੰਮ੍ਰਿਤ ਵਰਸਦਾ ਹੈ, ਜੋ ਸਾਡੇ ਉੱਪਰ ਵੀ ਅੰਮ੍ਰਿਤ ਭਰੀ ਦ੍ਰਿਸ਼ਟੀ ਪਾ ਕੇ ਅਮਰ ਕਰ ਦੇਵੇਗਾ, ਆਤਮਾ ਦਾ ਬੋਧ ਕਰ ਦੇਵੇਗਾ, ਸੋ ਹੀ ਸਾਡੇ ਵਾਸਤੇ ਪੂਰਨ ਬ੍ਰਹਮ ਗਿਆਨੀ ਗੁਰੂ ਨਾਨਕ ਮਹਾਰਾਜ ਦਾ ਸਰੂਪ ਹੋਵੇਗਾ। ਭਾਵ ਕਲਗੀਧਰ ਗੁਰੂ ਮਹਾਰਾਜ ਜੀ ਵਾਂਗ ਜੇ ਸਾਡੇ ਤੇ ਮਿਹਰ ਕਰੇਗਾ। ਜਿਵੇਂ ਕਲਗੀਧਰ ਮਹਾਰਾਜ ਜੀ ਨੇ ਭਰੇ ਜੰਗ ਦੇ ਵਿੱਚ 10,000 ਜਰਨੈਲ ਜੋ ਮੁਕਾਬਲੇ ਵਿੱਚ ਸਤਿਗੁਰੂ ਨੂੰ ਮਾਰ ਦੇਣਾ ਚਾਹੁੰਦਾ ਸੀ ਜਾਂ ਕੈਦ ਕਰਕੇ ਨਰੰਗੇ ਦੇ ਪੇਸ਼ ਕਰਨਾ ਚਾਹੁੰਦਾ ਸੀ, ਸੈਦ ਖਾਨ ਨਾਮ ਦਾ ਜਰਨੈਲ, ਬੀਬੀ ਜੋ ਕਿ ਪੀਰ ਬੁੱਧੂ ਸ਼ਾਹ ਦੇ ਘਰੋਂ ਸੀ, ਉਹਦਾ ਭਰਾ ਸੀ, ਬੀਬੀ ਨਸੀਰਾਂ ਦਾ ਭਰਾ। ਪਰ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੀ ਅੰਮ੍ਰਿਤਮਈ ਦ੍ਰਿਸ਼ਟੀ ਉਹਦੇ ਤੇ ਪਾਈ ਸੀ ਤਾਂ ਸੈਦ ਖਾਨ ਦੁਸ਼ਮਣੀ ਛੱਡ ਕੇ ਸਤਿਗੁਰੂ ਦਾ ਮਰੀਦ ਹੋ ਗਿਆ, ਗਿਆਨਵਾਨ ਹੋ ਕੇ ਜੰਗ ਛੱਡ ਕੇ ਫਕੀਰ ਬਣ ਗਿਆ ਸੀ। ਹੁਣ ਇਹ ਸਾਰੇ 20-21 ਸਿੰਘ ਇਹ ਨਿਹਚਾ ਕਰਕੇ ਹੋਤੀ ਮਰਦਾਨ ਨੂੰ ਸਾਹਿਬ ਮਹਾਰਾਜ ਬਾਬਾ ਕਰਮ ਸਿੰਘ ਜੀ ਦੇ ਕਿਰਪਾ ਦੇ ਪਾਤਰ ਬਣਨ ਵਾਸਤੇ ਚੱਲ ਪਏ। ਜਦੋਂ ਹੋਤੀ ਗੁਰਦੁਆਰੇ ਵਿੱਚ ਗਏ, ਪਤਾ ਕੀਤਾ ਕਿ ਮਹਾਰਾਜ ਕਿੱਥੇ ਹੋਣਗੇ। ਦੱਸਣ ਵਾਲੇ ਨੇ ਦੱਸਿਆ ਕਿ ਹਜੂਰ ਬਾਹਰ ਕੁਟਿਆ ਜੋ ਡੇਰੇ ਤੋਂ 4 ਮੀਲ ਤੇ ਹੈ, ਉਸ ਜਗ੍ਹਾ ਜੋ ਆਪ ਜੀ ਗੁਫਾ ਬਣਾਈ ਹੋਈ ਸੀ ਮਹਾਂਪੁਰਸ਼ਾਂ ਨੇ, ਉੱਥੇ ਗਏ ਹੋਏ ਹਨ। ਇਸ ਜਥੇ ਨੂੰ ਡੇਰੇ ਵਾਲਿਆਂ ਜਲ ਪਾਣੀ ਭੋਜਨ ਛਕਣ ਵਾਸਤੇ ਬਹੁਤ ਆਖਿਆ, ਪਰ ਇਹਨਾਂ ਦਾ ਪ੍ਰਣ ਸੀ ਕਿ ਅਸੀਂ ਦਰਸ਼ਨ ਕਰਕੇ ਹੀ ਅੰਨ ਜਲ ਕਰਨਾ ਹੈ। ਇਸ ਵਾਸਤੇ ਸਾਰੇ ਹੀ ਆਪਣੇ ਦ੍ਰਿੜ ਭਰੋਸੇ ਤੇ ਪ੍ਰੇਮ ਦੇ ਨਾਲ ਮਹਾਂਪੁਰਸ਼ਾਂ ਦੀ ਗੁਫਾ ਵੱਲ ਨੂੰ ਚੱਲ ਪਏ। ਮਹਾਰਾਜ ਬਾਬਾ ਜੀ ਨੇ ਪਹਿਲਾਂ ਹੀ ਗੁਫਾ ਦੇ ਸੰਤਰੀ ਨੂੰ ਕਹਿ ਦਿੱਤਾ ਸੀ ਕਿ ਭਾਈ 20-21 ਸਿੰਘਾਂ ਦਾ ਜਥਾ ਜਦੋਂ ਇੱਥੇ ਆਏ ਤਾਂ ਸਾਨੂੰ ਗੁਫਾ ਦੇ ਅੰਦਰ ਆ ਕੇ ਦੱਸ ਦੇਣਾ। ਇੰਨੇ ਨੂੰ ਇਹ ਜਥਾ ਗੁਫਾ ਦੇ ਪਾਸ ਆ ਗਿਆ। ਇਸ ਜਥੇ ਨੇ ਗੁਫਾ ਦੇ ਪਹਿਰੇਦਾਰ ਨੂੰ ਬੇਨਤੀ ਕੀਤੀ ਕਿ ਭਾਈ ਸਾਹਿਬ ਜੀ ਸਾਨੂੰ ਮਹਾਰਾਜ ਜੀ ਦਾ ਦਰਸ਼ਨ ਕਰਾ ਦਿਓ। ਤਾਂ ਪਹਿਰੇਦਾਰ ਨੇ ਹੱਸ ਕੇ ਕਿਹਾ ਕਿ ਹਜੂਰ ਤਾਂ ਆਪ ਜੀ ਦੇ ਜਥੇ ਨੂੰ ਪਹਿਲਾਂ ਹੀ ਉਡੀਕ ਰਹੇ ਆ। ਪਹਿਰੇਦਾਰ ਨੇ ਗੁਫਾ ਦੇ ਅੰਦਰ ਜਾ ਕੇ ਬੇਨਤੀ ਕੀਤੀ, ਜੀ ਮਹਾਰਾਜ ਜਥਾ ਆ ਗਿਆ, ਆਪ ਜੀ ਦੇ ਦਰਸ਼ਨ ਚਾਹੁੰਦਾ। ਤਾਂ ਮਹਾਂਪੁਰਸ਼ ਪਹਿਰੇਦਾਰ ਦੀ ਬੇਨਤੀ ਸੁਣ ਕੇ ਉੱਠੇ ਤੇ ਆਪਣੀ ਅੰਮ੍ਰਿਤ ਭਰੀ ਦ੍ਰਿਸ਼ਟੀ ਨਾਲ ਇਹਨਾਂ ਸੱਜਣਾਂ ਨੂੰ ਨਿਹਾਲ ਕਰਨ ਲੱਗੇ ਬਾਹਰ ਆ ਕੇ। ਜਿਹੜੀ ਅੰਮ੍ਰਿਤ ਦ੍ਰਿਸ਼ਟੀ ਦੁਆਰਾ ਗੁਰੂ ਨਾਨਕ ਮਹਾਰਾਜ ਕੌਡੇ ਰਾਖਸ਼ ਨੂੰ ਅਮਰ ਦੇਵਤਾ ਬਣਾ ਦਿੱਤਾ, ਐਸੀ ਨਿਗਾਹ ਮਹਾਂਪੁਰਸ਼ਾਂ ਨੇ ਉਸ ਵੇਲੇ ਇਹਨਾਂ ਜਥੇ ਵਾਲੇ ਸਿੰਘਾਂ ਤੇ ਪਾਈ। ਸੋ ਇਸ ਤਰ੍ਹਾਂ ਜਿੰਨੇ ਵੀ ਇਹ ਸੇਵਾਦਾਰ ਆਏ ਸਨ ਨਿਹਾਲ ਹੋ ਗਏ ਦਰਸ਼ਨ ਕਰਕੇ। ਹਜੂਰ ਦੀ ਅੰਮ੍ਰਿਤ ਦ੍ਰਿਸ਼ਟੀ ਪੈਂਦਿਆਂ ਹੀ
इन्हां सारियां दा अज्ञान दूर हो गया ते अमर हो गए। सारियां ने लम्मे पै के डंडौतां कीतियां, नमस्कारां कीतियां। ये अचरज कौतक साका कुछ इस तरह बीत्या कि जिवें श्री गुरु अंगद देव जी महाराज अमृत वेले समाधि तो उठदे, उस समय जेड़े जेड़े रोगी दे उत्ते आप जी दी दृष्टि पै जांदी सी तां उहदे सारे रोग मिट जांदे सी। इस करके महाराज जियां दे जिस वेले समाधि चों उठ के बाहर आउण दा समा हुंदा सी तां अपने घर दे जीआं नूं जिहड़े रोगी हुंदे सी, लोक महाराज जियां दे रस्ते दे विच लिया के लम्मे पा दिंदे सी भी इन्हां दे उत्ते महाराज दी दृष्टि पै जावे। ऐसी दृष्टि ब्रह्म ज्ञानी की दृष्टि अमृत बरसी। इस जथे नूं भी महाराज जियां ने हौमे दा रोग कट के अमर जीवन बख्श दिता। सारियां दियां भुखां मिट गईयां, सारे दे सारे समाधि विच लीन हो गए। जदों रात नूं बाबा करम सिंह जी डेरे दी गुफा दे विच आराम करन आए तां ये सारे सिंह भी हजूर दे नाल ही आए। दूसरे दिन महाराज जियां तो आग्या लैके अपनी रैजीमेंट नूं वापस आ गए। फिर कईयां नौकरी कीती ते कईयां ने नाम ही कटा लए। पर बाबा अमर सिंह जी जिन्हां दा इत्थे जिक्र चल रहा, सो अपनी पलटन तो वापस अपने पिंड गढ़दी वाले दे नेड़े, चो दे नेड़े जंगल दे विच इक छन बना के रहन लग पए। शरीरक क्रिया बड़ी फकीरां वाली महान बरकत रख लई। सदा ही मधूकड़ी मंग के छकदे, थोड़ा जिहा जिन्ना भी मिल जांदा एक घरों छक के ते सबर करदे ते गल दे विच बोरी ही पा के रखदे सी महाराज। ज़्यादातर उस इलाके दे विच इन्हां नूं बाबा अमर सिंह जी बोरी वाले करके हुण भी जाणिया जांदा है। भावें गर्मी दी रुत हुंदी भावें सर्दी दी। इन्हां दा प्यार डमेली वाले बाबा दलीप सिंह जी महाराज नाल बहुत सी। इस प्यार विच काफ़ी समा डमेली भी रह जांदे ते बिरती दे विच कुछ मस्ती ਜਿਹੀ रहिंदी सी। बड़े खुले डुले बचन भी कर दिंदे सी। एक समय की बात है भी संत जी महाराज डमेली संत बाबा दलीप सिंह जी पास आए सन। उस समय बाबा अमर सिंह जी बोरी वाले वो भी आए हुए सन। संतां दा पलंग बोड़ दे बिरछ थल्ले डाया होया सी। पलंग दे आले दुआले माई भाई काफ़ी संगत बैठे सी। होर भी साधु जन अपने अपने योग स्थानां पर बैठे सन। बाबा रंगी राम जी संत महाराज जी दे जो गुरदेव महाराज बाबा आया सिंह जी उन्हां दे गुरभाई सन। इस वास्ते संत जी बाबा रंगी राम जी दा बहुत सत्कार करदे सी। उस समय जो कि बाबा अमर सिंह जी जिन्हां नूं बाबा रंगी राम भी कहंदे सी, अपने रंगां विच रहण करके इन्हां दा नाम पै गया सी रंगी राम। संतां नूं कुछ परखण दी निगाह नाल समझ के भी इस समय संत जवाला सिंह जी अपने सिख सेवकां विच बड़े सत्कार नाल बैठे होए आ ते हुण मेरे वास्ते की भावना रखदे देखदे आ। तां बाबा रंगी राम जी संत जी महाराज जी दी कंड दे मगर संतां दी अख बचा के चुप चपीते ही आके बैठण लगे। उस समय एकदम संत महाराज बाबा जवाला सिंह जी पलंग छड्ड के खड़े हो गए ते नाले हस के आखण लगे कि अपने बच्चों नाल इदां चोर भलाई नहीं करीदी। असीं तां महाराज तुहाडे बच्चे हाँ, तुसीं साडे गुरदेव दे गुरभाई। आप महाराज जी ने बाबा जी दे कोल जाके नमस्कार कीती, मत्था टेकिया, बेनती करके उस पलंग दे उत्ते बिठाया। फिर बाबा अमर सिंह जी रंगी राम जी अपनी खुल मखुली बिरती ते मस्ती विच आके आखण लगे, जवाला सिंह तैं सानू काबू कर लिया, तैं साडी बिरती नूं काबू कर लिया। इन्नी निमरता, इन्ना प्यार। असीं ते अज सोचिया सी भी अपनियां संगतां दे विच ये बड़े सत्कार नाल बैठे आ, अज शायद ये साडे लई उठ के खड़े नहीं होणगे। तां उस वेले महापुरखां ने बड़े प्यार दे बचन, बड़े प्यार दे बचन कीते कि महापुरुषो ये किरपा करियो भी रहिंदी जिंदगी कदे भी साडे अंदर कदे इहो जिहा भाव ना आवे भी जदों असीं अपने आप नूं वड्डा समझण लग पईए। सो आओ अज दी इतनी सेवा प्रवान करनी। हजूर महाराज मेहर करन, होइयां भुलां दी मुआफ़ी बख्शणी जी। सरबत संगत दा बहुत धन्नवाद। गरीब नवाज सब दी हाज़री प्रवान करन जी। वाहिगुरू जी का खालसा
ਵਾਹਿਗੁਰੂ ਜੀ ਕੀ ਫਤਿਹ।